ऑन एयर देख रहे हो सारे दर्शकों का स्वागत है। मैं हाँ सिमिता लीवाल ते लैके हाजिर हो चुके हैं तुहाडे लई तुहाडा पसंदीदा प्रोग्राम सांझ सवेर। मेरे नाल मौजूद ने कमलजीत संधू जी। कमलजीत जी सत श्री अकाल। सत श्री अकाल। की हाल चाल? हाल ठीक ने, बहुत वधिया ने हाल। और हाल नूं लैके ही आ सवेर दे प्रोग्राम च असीं दर्शकों के रूबरू होए आ, सो सारिਆਂ ਦਾ स्वागत है जी। मौसम किदां दा बाहर? मौसम देखो जो हालात आ वो साडे सारिਆਂ ਨਾਲ बने हुए आ, क्योंकि उत्तर भारत में जिहड़ी ठंड की स्थिति आ बहुत ज़्यादा गंभीर बनी आ। सख्त तेज हੱਡ ਚੀਰਵੀਆਂ हवावां वगदियां पईयां ने। पर फिर ਅਸੀਂ ਵਾਰੀ-ਵਾਰੀ ਗੱਲ ਕਰਦੇ ਹਾਂ कि जो दिल्ली अंदोलन ਦੇ ਵਿੱਚ किसान बैठे आ उन्हां ਨੂੰ ਬੰਨੀ ਵੇਖ के ये ठंड ਇਸ ਦੀਆਂ ਤਕਲੀਫਾਂ ਜਿਹੜੀਆਂ ਆ ਉਹ ਸਾਨੂੰ ਭੁੱਲ ਜਾਣੀਆਂ ਚਾਹੀਦੀਆਂ ਹੈਗੀਆਂ। सो किस तरह के अज सवाल ने सिमी जी नाल बैठे ने, तो उस ते अज जी साडी चर्चा है वो होगी। तो करिए शुरू जी। जी बिल्कुल। सब तो पहला सिद्धू सर जानना चाहांगे कि जिहड़ी कल मीटिंग हुई आ सरकार दी, उस दे विच कई फैसले ने जोड़े लए गए ने, बट अड़ियल रवैया दोनों पासे हो। किसानों का तो होना ही होना, पर सरकार का अड़ियल रवैया समझ नहीं आ रहा कि क्यों आ। कल दी मीटिंग बारे जानना चाहांगे कि जिहड़े फैसले ले गया कमेटी बनाउण नूं होवे या फिर सांझी कमेटी बनाउण नूं लैके होवे या फिर जिहड़े कानून होल्ड करन नूं लैके होवे, उस बारे की कहना दसना चाहूँगी दर्शकों नूं। दस दी कि कल 10वें गेट की जिहड़ी मीटिंग है वो हुई है, ਉਹਦੇ ਵਿੱਚ ਵੀ ਉਹੀ ਜੋ ਪਹਿਲੇ 9 ਗੇਟ ਦੀਆਂ ਮੀਟਿੰਗਾਂ ਵਿੱਚ ਹੋਇਆ ਸੀਗਾ ਕਿ ਕੋਈ ਸਥਾਈ ਫੈਸਲੇ ਦੀ ਉਡੀਕ ਵਿੱਚ ਸਾਰੇ ਸੀਗੇ ਔਰ ਇਹ ਆਸ ਉਮੀਦ ਲਾਈ ਜਾ ਰਹੀ ਸੀ ਕਿ ਕੋਈ ਵਧੀਆ ਫੈਸਲਾ ਨਿਕਲ ਕੇ ਸਾਹਮਣੇ ਆਊਗਾ। ਪਰ ਦੇਖਿਆ ਕਿ ਪਹਿਲੀ ਜਿਹੜੀ ਬ੍ਰੇਕਿੰਗ ਹੋਈ, ਲੰਚ ਬ੍ਰੇਕ ਹੋਈ 1.5 ਘੰਟੇ ਦੀ, ਉਹਦੇ ਤੱਕ ਕੁਝ ਗੱਲਾਂ ਕੁਝ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀਗੀਆਂ ਕਿ ਹਾਲੇ ਤੱਕ ਉਹੀ ਗੱਲ ਚੱਲ ਰਹੀ ਹੈਗੀ ਆ। ਔਰ ਕਿਸਾਨ ਜਿਨ੍ਹਾਂ ਨੇ ਕਿ ਕੱਲ ਇੱਕ ਇਹ ਵੀ ਲਿਖਿਆ ਸੀਗਾ, ਇੱਕ ਪੋਸਟਰ ਉੱਥੇ ਜਾਰੀ ਕਰ ਦਿੱਤਾ ਸੀਗਾ ਕਿ ਉਹੀ ਲੋਕ, ਉਹੀ ਮੀਟਿੰਗ, ਉਹੀ ਸਥਾਨ ਆ, ਉਹੀ ਗੱਲਬਾਤ ਆ, ਹੱਲ ਕੁਛ ਨਹੀਂ ਗਾ, ਕਿ ਇੱਕ ਹੋਰ ਮੀਟਿੰਗ ਹੋਊਗੀ। ਸੋ ਇਸ ਤਰੀਕੇ ਨਾਲ ਕੱਲ ਦੀ ਮੀਟਿੰਗ ਦਾ ਜੋ ਅੰਤਮ ਫੈਸਲਾ ਇਹੀ ਆਇਆ ਕਿ ਸਰਕਾਰ ਨੇ ਇੱਕ ਵਾਰੀ ਫਿਰ ਇਸ ਤਰੀਕੇ ਦਾ ਅਸੀਂ ਕਹਿ ਸਕਦੇ ਹਾਂ ਕਿ ਤੁਹਾਨੂੰ ਠੁੰਮਣਾ ਦੇਤਾ। ਇਹ ਜਿਹੜਾ ਠੁੰਮਣਾ ਉਹ ਪਹਿਲਾਂ ਵੀ ਸਾਨੂੰ 9 ਮੀਟਿੰਗਾਂ 'ਚ ਮਿਲਿਆ, 10ਵੀਂ 'ਚ ਵੀ ਠੁੰਮਣਾ ਦੇਤਾ। ਸਰਕਾਰ ਨੇ ਇਹ ਕਹਿ ਦਿੱਤਾ ਕਿ 1.5 ਸਾਲ ਤੱਕ ਅਸੀਂ ਖੇਤੀ ਕਾਨੂੰਨਾਂ ਦੇ ਉੱਤੇ ਰੋਕ ਲਾ ਸਕਦੇ ਹੈਗੇ ਆ। ਸਰਕਾਰ ਨੇ ਇਹ ਵੀ ਕਿਹਾ ਕਿ ਇੱਕ ਕਮੇਟੀ ਜਿਹੜੀ ਆ ਕਿਸਾਨ ਉਹ ਬਣਾ ਲੈਣ, ਉਹਦੇ ਵਿੱਚ ਉਹ ਫੈਸਲਾ ਕਰ ਲੈਣ। ਪਰ ਇਹਦੇ ਵਿੱਚ ਸਿਮੀ ਹੋਇਆ ਕਿ ਜਿਵੇਂ ਉਸ ਮੀਟਿੰਗ ਤੋਂ ਬਾਅਦ ਮਤਲਬ ਕਿਸਾਨ ਬਾਹਰ ਆਏ ਹੈਗੇ ਔਰ ਉਹਨਾਂ ਨੂੰ ਨਿਰਾਸ਼ਾ ਹੋਈ ਇਸ ਗੱਲ ਦੀ। ਸਾਨੂੰ ਸਾਰਿਆਂ ਨੂੰ ਜੋ ਅਸੀਂ ਬੈਠੇ ਸੀ ਬਾਹਰ ਕਿਸਾਨ ਮੀਟਿੰਗ ਇਸ ਅੰਦੋਲਨ ਦੇ ਵਿੱਚ ਬੈਠੇ ਹੋਏ ਆ ਔਰ ਪੂਰੇ ਪੰਜਾਬ ਵਿੱਚ, ਪੂਰੇ ਦੇਸ਼ ਵਿੱਚ ਦੁਨੀਆ ਦੀ ਕੱਲ ਨਿਗਾਹ ਟਿਕੀ ਸੀ ਕਿ 10ਵੀਂ ਗੇਟ ਦੀ ਮੀਟਿੰਗ ਦੇ ਵਿੱਚ ਵੀ ਕੋਈ ਜਿਹੜਾ ਹੱਲ ਹੈ ਉਹ ਨਿਕਲ। ਪਰ ਜੋ ਸਥਿਤੀ ਬਣੀ ਆ ਉਹਦੇ ਮੁਤਾਬਕ ਕਿਸਾਨ ਫਿਰ ਉਸ ਗੱਲ ਤੇ ਆ ਗਿਆ ਕਿ ਬਿਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਕੋਈ ਹੋਰ ਗੱਲ ਨਹੀਂ ਮੰਨੀ ਜਾ ਸਕਦੀ, ਕਿਉਂਕਿ ਇਸ ਤਰੀਕੇ ਨਾਲ ਸ਼ਾਇਦ ਸਰਕਾਰ ਕਿਸੇ ਇਸ ਅੰਦੋਲਨ ਨੂੰ ਤਾਰਪੀੜੋ ਕਰਨ ਦੀ ਕੋਸ਼ਿਸ਼ ਵਿੱਚ ਹੈ। ਇਹ ਵੀ ਗੱਲ ਹੈਗੀ ਹੈ ਕਿ ਜੇ ਕਿਤੇ ਨਾ ਕਿਤੇ ਸਾਡੀਆਂ ਕਿਸਾਨ ਜਥੇਬੰਦੀਆਂ ਇਹ ਗੱਲ ਸਰਕਾਰ ਦੀ ਮੰਨ ਲੈਣ, ਇੱਕ ਸਾਂਝੀ ਕਮੇਟੀ ਬਣਾਉਣ ਤੇ ਗੱਲ ਮੰਨ ਲੈਣ, ਕਿਤੇ ਨਾ ਕਿਤੇ ਇਹ ਬਹੁਤ ਵੱਡਾ ਨੁਕਸਾਨ ਹੋਵੇਗਾ। ਹੁਣ ਤੱਕ ਦਾ ਜਿਹੜਾ ਸੰਘਰਸ਼ ਚੱਲਿਆ ਆ ਰਿਹਾ, ਹੁਣ ਤੱਕ ਦੀਆਂ ਜਿਹੜੀਆਂ ਸਾਡੀਆਂ ਕੁਰਬਾਨੀਆਂ ਨੇ ਉਹ ਵੀ ਮਿੱਟੀ 'ਚ ਰੁਲ ਜਾਣਗੀਆਂ। ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਹੁਣ ਆਪਣੇ ਜਿਹੜੇ ਅਟਲ ਫੈਸਲੇ ਤੇ ਰਹਿਣਾ ਚਾਹੀਦਾ, ਕਾਇਮ ਰਹਿਣਾ ਚਾਹੀਦਾ। ਤੇ ਸਰਕਾਰ ਕਦੇ ਹੁਣ ਨਹੀਂ ਤੇ कुछ महीनों बाद, कुछ दिनों बाद कदे ना कदे तो सरकार जरूर झुकेगी। देखो इतिहास गवाह हैगा। असीं फिर उस अंदोलन की गल करते हैं कि जो पहला पगड़ी संभाल जट्टा लहर चली सी, क्योंकि किसान लहरां शुरू तो ही पंजाब की धरती दे नाल जुड़ियां रहियां ने। उस लहर दे विच भी सिमी उस जमाने च अंग्रेज़ां ने यह कीता सी कि इस तरीके का कानून बनाया सी ताकि जिहड़े ਵੱਡੇ ਘਰਾਣੇ ਹੈਗੇ ਜ਼ਮੀਨ ਖੋ ਕੇ ਉਹਨਾਂ ਨੂੰ ਦਿੱਤੀ ਜਾਵੇ। ਉਸ ਵੇਲੇ ਇਹ ਵੀ ਸੀਗਾ ਕਿ ਜ਼ਮੀਨ ਜਿਹੜੀ ਸੀਗੀ ਉਹਦੇ ਵਿੱਚੋਂ ਇੱਕ ਰੁੱਖ ਵੀ ਅਗਰ ਕੋਈ ਕੱਟਦਾ ਸੀਗਾ ਤੇ ਜਿਹੜਾ ਪਟਾ ਸੀ ਕਿਸਾਨਾਂ ਦਾ ਖੇਤੀ ਬਾਰੇ ਉਹ ਰੱਦ ਕਰਨ ਦੀ ਜਿਹੜਾ ਸੀ ਉਹ ਫੈਸਲੇ ਸੀ ਉਸ ਅੰਗਰੇਜ਼ ਹਕੂਮਤ ਦੇ। ਪਰ ਉਸ ਕਿਸਾਨ ਘੋਲ ਦੇ ਵਿੱਚ ਉਹ ਲੋਕ ਉਸ ਸਮੇਂ ਰੁਕੇ ਨਹੀਂ, पूरा लंबा चलिया सी घोल और घट तो घट 9 महीने का घोल सी जिहदे विच अखीर दे उत्ते अंग्रेज़ां नूं झुकना पिया सीगा। अज उही इतिहास जिहड़ा आ ओह साडे सामने खड़ा आ, सबूत बन के, मील पत्थर बन के। हुण भी किसान जथेबंदियां, किसान ते पंजाबी अपनी उसे अड़बाई दे उत्ते, अपनी उसे ही जिद उत्ते, अपनी उसे ही जिहड़ा एक संविधानक हक है उहदे उत्ते कायम खड़े आ कि हर हिले पंजाबी है जिहड़े ओह हमेशा ही अपने अड़ियल रवैये ते अपने हक्कां दी जिहड़ी लड़ाई लड़न दे विच पहले नंबर ते आउंदे ने ते अज भी ओह खड़ी आ। जे
ਆਪਣੇ ਪੰਜਾਬ ਦੇ ਕਿਸਾਨ ਜਾਂ ਫਿਰ ਭਾਈਚਾਰਕ ਸਾਂਝ ਆ ਜਿਹੜੀ ਉਸ ਵੇਲੇ ਕਿਸਾਨਾਂ ਨੂੰ ਝੁਕਾ ਸਕਦੀ ਹੈ, ਤਾਂ ਹੁਣ ਤਾਂ ਆਪਣੀ ਸਰਕਾਰ ਹੈ ਤੇ ਹੁਣ ਆਪਣੇ ਵੱਲੋਂ ਚੁਣੀ ਗਈ ਸਰਕਾਰ ਹੈ, ਤੇ ਫਿਰ ਹੁਣ ਤਾਂ ਬਹੁਤ ਆਸਾਨ ਹੋਣਾ ਚਾਹੀਦਾ ਸਾਡੇ ਲਈ। ਤੇ ਸੰਘਰਸ਼ ਆ ਭਾਵੇਂ ਲੰਬਾ ਹੋ ਜੇ, ਪਰ ਲੰਮੇ ਦੇ ਨਾਲ ਨਾਲ ਇਹ ਸੰਘਰਸ਼ ਦੇ ਵਿੱਚ ਸਾਨੂੰ ਪ੍ਰਾਪਤੀਆਂ ਬਹੁਤ ਸਾਰੀਆਂ ਹੋ ਜਾਣਗੀਆਂ। ਬਿਲਕੁਲ ਪ੍ਰਾਪਤੀਆਂ ਹੋ ਜਾਣਗੀਆਂ। ਸਭ ਤੋਂ ਗੱਲ ਇਹ ਹੈ ਕਿ ਇੱਕ ਹੀ ਜਿਹੜੀ ਸਬੂਤ ਉੱਥੇ ਮਿਲ ਰਿਹਾ ਆ ਉਹ ਵੀ ਕਿਤੇ ਸਰਕਾਰ ਨੂੰ ਖਲ ਹੋ ਰਿਹਾ, ਔਰ ਮੇਰੇ ਖਿਆਲ ਵਾਰ-ਵਾਰ ਸਰਕਾਰ ਉਹਨੂੰ ਤੋੜਨ ਦੀ ਕੋਸ਼ਿਸ਼ ਵਿੱਚ ਆ। ਇੱਕ ਚੀਜ਼ ਹੋਰ ਨਾਲ ਆ ਕਿ ਜਿਵੇਂ ਅਸੀਂ ਗੱਲ ਕਰਦੇ ਹਾਂ, ਹੁਣ ਦੇਖੋ ਸਾਡੀ ਇੱਕ ਸਾਂਝ ਜਿਹੜੀ ਬਣੀ ਹਰਿਆਣੇ ਦੇ ਨਾਲ, ਹਰਿਆਣਾ ਜਦੋਂ 1 ਨਵੰਬਰ 1966 ਤੋਂ ਬਾਅਦ ਹਰਿਆਣਾ ਅਲੱਗ ਹੋਇਆ ਸੀ, ਉਸ ਸਮੇਂ ਤੋਂ ਬਾਅਦ ਇੱਕ ਤਰੇੜ ਪਈ ਸੀ, ਕਿਤੇ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਪਈ ਹੋਈ ਹੈ, SYL ਦੇ ਮੁੱਦੇ ਨੂੰ ਲੈ ਕੇ ਬਣੀ ਹੋਈ ਸੀਗੀ। ਕਿਤੇ ਮਨ ਦੇ ਵਿੱਚ ਇਹ ਚੱਲਦਾ ਸੀਗਾ ਕਿ ਹਰਿਆਣਾ ਜਿਹੜਾ ਸੀਗਾ ਉਹਦੇ ਮਨ ਦੇ ਵਿੱਚ ਵੀ, ਉਧਰੋਂ ਪੰਜਾਬ ਦੇ ਮਨ ਵਿੱਚ ਸੀ, ਪਰ ਉਹ ਜਿਹੜੀ ਚੀਜ਼ ਹੈ ਉਹ ਦੂਰ ਹੋਈ ਆ। ਉਹ ਜਿਹੜੀ ਸਾਂਝ ਹੁਣ ਦੇਖਣ ਨੂੰ ਵੇਖੋ ਮਿਲ ਰਹੀ ਹੈ ਕਿ ਹਰਿਆਣਵੇਂ ਦੇ ਲੋਕ ਉੱਥੇ ਆ ਕੇ ਲੱਸੀ ਲਿਆ ਰਹੇ ਆ, ਦੁੱਧ ਲਿਆ ਰਹੇ ਹੈਗੇ ਆ, ਖਾਣਾ ਉੱਥੇ ਬਣ ਰਿਹਾ, ਲੰਗਰ ਲਾਏ ਜਾ ਰਿਹਾ। ਔਰ ਜਦੋਂ ਕਿਸਾਨ ਇੱਥੋਂ ਜਾ ਰਹੇ ਸੀ, ਅਸੀਂ 25 ਨਵੰਬਰ ਤੋਂ ਬਾਅਦ ਠੀਕ ਹੈ ਇੱਕ ਪਾਸੇ ਰੁਕਾਵਟਾਂ ਸਾਨੂੰ ਨਜ਼ਰ ਆਈਆਂ, ਪਰ ਇਸ ਦੇ ਬਾਵਜੂਦ ਉਹ ਕਿਸਾਨ ਜਾਗਰੂਕ ਹੋਏ, ਇਹਨਾਂ ਨੂੰ ਲੱਗਿਆ ਕਿ ਨਹੀਂ ਇਹ ਇਕੱਲੇ ਪੰਜਾਬ ਦਾ ਅੰਦੋਲਨ ਨਹੀਂ, ਇਹ ਅੰਦੋਲਨ ਜਿਹੜਾ ਹੈਗਾ ਸਮੁੱਚਾ ਜਿਹੜਾ ਆ ਕਿਸਾਨੀ ਦਾ ਅੰਦੋਲਨ ਹੈਗਾ ਆ। ਸਮੁੱਚੀ ਕਿਸਾਨੀ ਨੂੰ ਬਰਬਾਦ ਕੀਤਾ ਜਾ ਰਿਹਾ, ਕਾਲੇ ਕਾਨੂੰਨ ਲਿਆਂਦੇ ਗਏ ਆ, ਇਸ ਲਈ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ। ਸੋ ਉਹ ਇੱਕ ਸਾਂਝ ਜਿਹੜੀ ਆ ਉੱਭਰ ਕੇ ਵੀ ਇਸ ਅੰਦੋਲਨ ਦੇ ਜ਼ਰੀਏ ਸਾਹਮਣੇ ਆਈ ਆ। ਸੋ ਉਮੀਦ ਕਰ ਸਕਦੇ ਆ ਕਿ ਅੰਦੋਲਨ ਦਾ ਜਿਹੜਾ ਅੰਤ ਬਹੁਤ ਸੁਖਾਵਾਂ ਹੋਏਗਾ, ਪਰ ਫਿਲਹਾਲ ਜੋ ਹੈ ਸੰਘਰਸ਼ ਉਹ ਜਾਰੀ ਹੈ। ਜੀ ਦੂਜੀ ਗੱਲ ਕਰਾਂਗੇ ਟਰੈਕਟਰ ਰੈਲੀ ਬਾਰੇ। ਐਸਸੀ ਨੇ ਬਿਲਕੁਲ ਨਾ ਕਰ ਦਿੱਤੀ ਹੈ, ਮਤਲਬ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਨਾ ਦਾ ਨਾਰਾ ਜਿਹੜਾ ਆਪਣਾ ਦੇ ਦਿੱਤਾ ਕਿ ਮੈਂ ਇਸ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ। ਇਹ ਫੈਸਲਾ ਜਿਹੜਾ 26 ਤਰੀਕ ਨੂੰ ਟਰੈਕਟਰ ਰੈਲੀ ਹੋਣ ਜਾ ਰਹੀ ਹੈ, ਉਸ ਬਾਰੇ ਫੈਸਲਾ ਜਿਹੜਾ ਦਿੱਲੀ ਪੁਲਿਸ ਹੀ ਲਵੇਗੀ, ਅਸੀਂ ਉਸ ਦੇ ਵਿੱਚ ਕੁਝ ਨਹੀਂ ਕਰ ਸਕਦੇ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਐਸਸੀ ਦਾ ਇਹ ਰਵੱਈਆ ਆ, ਉਹਨਾਂ ਨੇ ਜਿਹੜੀ ਕੋਰੀ ਨਾ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ, ਉਹ ਕਿਉਂ ਕੀਤੀ ਹੈ? ਬਿਲਕੁਲ ਦੇਖੋ, ਸਰਵਉੱਚ ਅਦਾਲਤਾਂ ਦੀ ਅਗਰ ਗੱਲ ਕਰ ਲਈਏ ਤੇ ਸਰਵਉੱਚ ਅਦਾਲਤ ਇਸ ਟਾਈਮ ਸਾਡੇ ਸੁਪਰੀਮ ਕੋਰਟ ਹੈਗੀ ਆ, ਸੁਪਰੀਮ ਪਾਵਰ ਹੈ। ਕਿਤੇ ਐਂ ਲੱਗਦਾ ਕਿ ਇਹ ਉਸ ਮਾਮਲੇ ਦੇ ਵਿੱਚ ਉਹ ਆਪਣੇ ਆਪ ਨੂੰ ਨਾਲ ਉਲਝਾਵੇ, ਕਿਉਂਕਿ ਉਹਨੇ ਆਪਣਾ ਇੱਕ ਰਸੂਖ ਹੈ ਉਹ ਵੀ ਕਾਇਮ ਰੱਖਣਾ ਹੈ। ਇਸ ਰਸੂਖ ਦੇ ਕਰਕੇ ਵੀ ਸ਼ਾਇਦ ਸੁਪਰੀਮ ਕੋਰਟ ਨੇ ਸੋਚ ਲਿਆ। ਦੂਸਰੇ ਪੱਖ 'ਚ ਦੇਖਿਆ ਜਾਵੇ ਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਗਲਤ ਆ, ਪੂਰੇ ਦੇਸ਼ ਵਿੱਚ ਇਹ ਅੰਦੋਲਨ ਚੱਲ ਰਿਹਾ ਹੈਗਾ। ਇੱਕ ਮਾਮਲਾ ਜੋ ਕੱਲ ਫੈਸਲਾ ਇਹ ਆਇਆ ਕਿ ਜਿਹੜੀ ਉੱਥੋਂ ਦਾ, ਕਿਉਂਕਿ ਸਰਕਾਰ ਨੇ ਇੱਕ ਤਰੀਕੇ ਨਾਲ ਜਿਹੜਾ ਦੂਜੇ ਤੇ ਮੋਢੇ ਤੇ ਰੱਖ ਕੇ ਜਿਹੜੀ ਬੰਦੂਕ ਚਲਾਉਣ ਵਾਲੀ ਗੱਲ ਉਹ ਸਰਕਾਰ ਨੇ ਕੀਤੀ, ਉਹ ਐਵੇਂ ਕੀਤੀ ਕਿ ਦਿੱਲੀ ਸਰਕਾਰ ਜਿਹੜੀ ਦਿੱਲੀ ਦੀ ਪੁਲਿਸ ਆ ਉਹਨੂੰ ਅੱਗੇ ਕਰ ਦਿੱਤਾ ਕਿ ਉਹ ਜਿਹੜਾ ਹੈਗਾ ਪਟੀਸ਼ਨ ਪਾਵੇ। ਹੁਣ ਪਾਈ ਤਾਂ ਇਸ ਕੇਂਦਰੀ ਹਕੂਮਤ ਨੇ ਪਟੀਸ਼ਨ, ਤੇ ਪਾਈ ਜਿਹੜੀ ਮੋਢੇ ਤੇ ਬੰਦੂਕ ਰੱਖ ਕੇ ਦਿੱਲੀ ਪੁਲਿਸ ਦੇ ਜ਼ਰੀਏ। ਹੁਣ ਜਦੋਂ ਸੁਪਰੀਮ ਕੋਰਟ ਨੇ ਵੇਖਿਆ ਵੀ ਗੱਲ ਤਾਂ ਫਿਰ ਉੱਥੇ ਹੀ ਸਰਕਾਰ ਨਾਲ ਅੜੀ ਦੀ ਆ, ਤੇ ਬਿਹਤਰ ਹੈ ਕਿ ਕਿਸਾਨਾਂ ਦੇ ਮਾਮਲੇ ਤੇ ਔਰ ਸਰਕਾਰ ਦੇ ਮਾਮਲੇ ਚੋਂ ਨਿਕਲ ਜਾਵੇ। ਤੇ ਜਦੋਂ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਆਈ ਹੈ, ਅਮਨ ਕਾਨੂੰਨ ਦੀ ਸਥਿਤੀ ਬਾਰੇ ਉਹਨਾਂ ਨੇ ਇਹੀ ਕਿਹਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਸੰਭਾਲਣਾ ਰਾਜ ਦੀ ਜ਼ਿੰਮੇਵਾਰੀ ਹੁੰਦੀ ਆ, ਉਹ ਰਾਜ ਦੇਖੇ, ਰਾਜ ਦੀ ਪੁਲਿਸ ਦੇਖੇ। ਸੋ ਇਸ ਕਰਕੇ ਜਿਹੜੀ ਸੁਪਰੀਮ ਕੋਰਟ ਨੇ ਇਸ ਵਿੱਚੋਂ ਹੀ ਦਖਲਅੰਦਾਜ਼ੀ ਜਿਹੜੀ ਸੀ ਉਹ ਆਪਣੀ ਬਾਹਰ ਕਰ ਲਿਆ। ਉਹਨਾਂ ਨੇ ਪਟੀਸ਼ਨ ਜਿਹੜੀ ਆ ਵਾਪਸ ਲੈਣ ਲਈ ਮਜਬੂਰ ਕੀਤਾ। ਸੋ ਕੱਲ ਜਿਹੜੀ ਆ ਕੇਂਦਰ ਨੇ ਜਿਹੜੀ ਪਟੀਸ਼ਨ ਪਾਈ ਸੀਗੀ ਟਰੈਕਟਰ ਰੈਲੀ ਬਾਰੇ, ਉਹ ਪਟੀਸ਼ਨ ਵਾਪਸ ਲੈ ਲਈ। ਔਰ ਸਿਮੀ ਇਸ ਟਾਈਮ ਜੋ ਸਥਿਤੀ ਬਣੀ ਹੋਈ ਆ, ਟਰੈਕਟਰ ਰੈਲੀ ਦਾ ਬੜਾ ਉਤਸ਼ਾਹ ਜੋ ਆ ਉਹ ਵੇਖਣ ਨੂੰ ਮਿਲਦਾ ਪਿਆ ਵੱਡੇ ਪੱਧਰ ਦੇ ਉੱਤੇ, ਔਰ ਕਿਸਾਨ ਪੱਕੇ ਹੋਏ ਪਏ ਆ ਟਰੈਕਟਰ ਰੈਲੀ ਜਿਹੜੀ ਆ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ। ਔਰ ਨਾਲ ਜੁੜਦੀ ਗੱਲ ਇਹ ਹੈ ਕਿ ਸਰਕਾਰ ਦੀ ਜਿਹੜੀ ਇਸ ਪਟੀਸ਼ਨ ਤੋਂ ਵਾਪਸੀ ਤੋਂ ਬਾਅਦ ਇਹ ਵੀ ਗੱਲ ਆਈ ਕਿ ਉਹਨਾਂ ਨੂੰ ਇੱਕ ਜਿਹੜੀ ਸੀਗਾ ਰੂਟ ਦੱਸਿਆ ਗਿਆ ਸੀਗਾ ਕਿ ਤੁਸੀਂ ਜਿਹੜਾ ਹੁਣ ਕੱਲ ਜਿਹੜਾ ਫੈਸਲਾ ਹੋਇਆ ਉਹਦੇ ਵਿੱਚ ਹੁਣ ਪੁਲਿਸ ਨੇ ਇਹ ਕਿਹਾ ਹੈਗਾ ਕਿ ਕਿਸਾਨਾਂ ਨੂੰ ਕਿ ਜਿਹੜਾ ਰੂਟ ਅਸੀਂ ਦੱਸ ਰਹੇ ਹਾਂ ਤੁਸੀਂ ਉਸੇ ਰੂਟ ਦੇ ਮੁਤਾਬਕ ਜਾਓ, ਪਰ ਕਿਸਾਨ ਨਹੀਂ ਮੰਨੇ ਕਿਉਂਕਿ ਉਹ ਪਹਿਲਾਂ ਦਾ ਜਿਹੜਾ ਮਿੱਥਿਆ ਹੋਇਆ ਰੂਟ ਸੀਗਾ ਰਿੰਗ ਰੋਡ ਵਾਲਾ, ਉਹਦੇ ਉੱਤੇ ਹੀ ਆ, ਚਾਹੇ ਉਹ ਜਿਸ ਤਰ੍ਹਾਂ ਦੇ ਹੀ ਹਾਲਾਤਾਂ ਵਿੱਚ ਹੈਗਾ, ਉਹ ਰਿੰਗ ਰੋਡ ਦੇ ਜ਼ਰੀਏ ਹੀ ਇਸ ਟਰੈਕਟਰ ਪਰੇਡ ਨੂੰ 26 ਜਨਵਰੀ ਨੂੰ ਕੱਢਣਗੇ। ਸੋ ਇਸ ਕਰਕੇ ਟਰੈਕਟਰ ਪਰੇਡ ਦੇ ਉੱਤੇ ਜਿਹੜੀ ਹੈਗੀਆਂ ਵੱਡੇ ਪੱਧਰ ਤੇ ਪੰਜਾਬ 'ਚ ਤਿਆਰੀਆਂ ਹੋ ਰਹੀਆਂ ਜੀ। ਇੱਕ ਤੇ ਨਾਲ ਹੀ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਭਾਵੇਂ ਉਹ ਜਥੇਬੰਦੀਆਂ ਹੋਣ, ਭਾਵੇਂ ਉੱਥੇ ਬੈਠੇ ਆਮ ਲੋਕ ਹੋਣ, ਉਹਨਾਂ ਵੱਲੋਂ ਲਗਾਤਾਰ ਜਦੋਂ ਵੀ ਪੱਤਰਕਾਰ ਕੋਈ ਜਾਂ ਫਿਰ ਮੀਡੀਆ ਵੱਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ 26 ਜਨਵਰੀ ਨੂੰ ਜਿਹੜੀ ਪਰੇਡ ਹੋਣੀ ਆ ਉਸ ਬਾਰੇ ਪੁਲਿਸ ਤੁਹਾਨੂੰ ਨਹੀਂ ਅੰਦਰ ਵੜਨ ਦੇਵੇਗੀ ਜਾਂ ਫਿਰ ਸਰਕਾਰ ਤੁਹਾਨੂੰ ਅੰਦਰ ਨਹੀਂ ਵੜਨ ਦੇਵੇਗੀ ਪਰੇਡ ਕਰਨ ਦੇ ਲਈ, ਪਰ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਭਾਵੇਂ ਜੋ ਮਰਜ਼ੀ ਹੋ ਜਾਵੇ ਅਸੀਂ ਟਰੈਕਟਰ ਲੈ ਕੇ ਦਿੱਲੀ ਦੇ ਵਿੱਚ ਵੜਾਂਗੇ, ਮਤਲਬ ਵੜਾਂਗੇ ਜ਼ਰੂਰ, ਹੈ ਨਾ। ਇਹ ਹੌਸਲੇ ਦੇਖ ਕੇ, ਕਿਤੇ ਨਾ ਕਿਤੇ ਜਜ਼ਬੇ ਦੇਖ ਕੇ ਹਰ ਇੱਕ ਦੇ ਖੂਨ ਦੇ ਵਿੱਚ ਉਹ ਉਬਾਲਾ ਜ਼ਰੂਰ ਵੱਜਦਾ ਆ ਤੇ ਆਉਂਦਾ ਆ, ਤੇ ਜਿਸ ਕਰਕੇ ਇਹ
ਸੰਘਰਸ਼ ਹੈ ਜਿਹੜਾ ਕਿਤੇ ਨਾ ਕਿਤੇ ਬਹੁਤ ਕੁਝ ਦੇ ਰਿਹਾ, ਸਾਨੂੰ ਪ੍ਰਾਪਤੀਆਂ ਬਹੁਤ ਵੱਡੀਆਂ ਹੋ ਰਹੀਆਂ ਨੇ, ਭਾਈਚਾਰਕ ਸਾਂਝ ਵੱਧ ਰਹੀ ਆ, ਪਿਆਰ ਵੱਧ ਰਿਹਾ ਸਾਡਾ। ਤੇ ਉੱਥੇ ਬੈਠੇ ਲੋਕਾਂ ਨੂੰ ਵੀ ਇਹ ਪਤਾ ਲੱਗ ਰਿਹਾ ਕਿ ਕਹਿੰਦੇ ਕਿ ਇੱਕ ਖਬਰ ਸਾਹਮਣੇ ਆਈ ਸੀ, ਗੱਲ ਸਾਹਮਣੇ ਆਈ ਸੀ ਕਿ ਦੋ ਕੁੜੀਆਂ ਆਪਸ ਦੇ ਵਿੱਚ ਗੱਲਾਂ ਕਰ ਰਹੀਆਂ ਸੀ ਕਿ ਇੱਕ ਕਹਿ ਰਹੀ ਸੀ ਕਿ ਤੂੰ ਦਿੱਲੀ ਸੰਘਰਸ਼ ਦੇ ਵਿੱਚ ਨਾ ਜਾ, ਉੱਥੇ ਤਾਂ ਸ਼ਰਾਬੀ ਬੈਠੇ ਨੇ, ਉੱਥੇ ਨਸ਼ੇ ਕਰਨ ਵਾਲੇ ਬੰਦੇ ਬੈਠੇ ਆ। ਬਟ ਦੂਜੀ ਕੁੜੀ ਨੇ ਕਿਹਾ ਕਿ ਨਹੀਂ, ਦਿੱਲੀ ਉਦੋਂ ਤੱਕ ਸੁਰੱਖਿਅਤ ਆ ਜਦੋਂ ਤੱਕ ਉੱਥੇ ਪੰਜਾਬ ਦੇ ਲੋਕ ਬੈਠੇ ਨੇ, ਕਿਸਾਨ ਭਾਈਚਾਰਾ ਬਹੁਤ ਵੱਡੀ ਗੱਲ ਹੈ ਜੀ। ਇਹ ਚੀਜ਼ਾਂ ਬਹੁਤ ਵੱਡੀਆਂ ਨੇ। ਤੇ ਨਾਲ ਹੀ ਨਾਲ ਆਪਾਂ ਅੱਗੇ ਗੱਲ ਕਰਦੇ ਹੋਏ ਅਗਲੇ ਮੁੱਦੇ ਬਾਰੇ ਆਉਂਦੇ ਆ ਤੇ ਗੱਲ ਕਰਦੇ ਆ ਸਹੁੰ ਚੁੱਕ ਸਮਾਗਮ ਦੀ, ਜੋ ਬਾਈਡਨ ਦਾ ਜਿਹੜਾ ਕੱਲ ਅਮਰੀਕਾ ਦੇ ਵਿੱਚ ਹੋਇਆ, ਕੀ ਕਹਿਣਾ ਉਸ ਬਾਰੇ? ਬਿਲਕੁਲ ਜੀ, ਕੱਲ ਅਮਰੀਕਾ ਦੇ ਵਿੱਚ 46ਵੇਂ ਰਾਸ਼ਟਰਪਤੀ ਵਜੋਂ ਜੋ ਬਾਈਡਨ ਹੋਰਾਂ ਨੇ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਦੇਖਿਆ ਕਿ ਝੇੜਾ ਜਿਹੜਾ ਪਿਆ ਸੀ 5 ਤਰੀਕ ਨੂੰ ਟਰੰਪ ਹੋਣਾ ਦਾ, ਔਰ ਵੱਡੀ ਪੱਧਰ ਦੇ ਉੱਤੇ ਉੱਥੇ ਜਿਹੜੀ ਲੋਕਾਂ ਦੀ ਘੁਸਪੈਠ ਹੋਈ ਸੀ ਉੱਥੋਂ ਦੇ ਸਦਨ ਦੇ ਵਿੱਚ, ਔਰ ਉਹਨਾਂ ਦੀ ਕੋਸ਼ਿਸ਼ ਸੀ ਕਿਉਂਕਿ ਉਹ ਨਹੀਂ ਸੀ ਲੱਗ ਰਿਹਾ ਉਹਨਾਂ ਨੂੰ ਕਿ ਬਾਈਡਨ ਹੋਰਾਂ ਦੀ ਜਿੱਤ ਹੋਈ ਹੈ। ਉਹਨਾਂ ਨੂੰ ਲੱਗਦਾ ਸੀਗਾ ਕਿ ਟਰੰਪ ਜਿਹੜਾ ਹੈਗਾ ਉਹਨਾਂ ਨਾਲ ਧੋਖਾ ਹੋਇਆ। ਟਰੰਪ ਸਮਰਥਕਾਂ ਨੇ ਵੱਡੇ ਪੱਧਰ ਤੇ ਕੀਤਾ ਸੀ, ਔਰ ਕੱਲ ਬੜੇ ਸਖਤ ਪ੍ਰਬੰਧਾਂ ਵਿੱਚ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਬੜੇ ਸਖਤ ਪ੍ਰਬੰਧਾਂ ਦੇ ਵਿੱਚ ਕੱਲ ਜੋ ਬਾਈਡਨ ਹੋਰਾਂ ਨੇ ਸਹੁੰ ਚੁੱਕ ਲਈ ਆ, ਔਰ ਇਹਦੇ ਵਿੱਚ ਕਾਫੀ ਉੱਘੀਆਂ ਹਸਤੀਆਂ ਜਿਹੜੀਆਂ ਉਹ ਸ਼ਾਮਲ ਹੋਈਆਂ। ਇਸ ਤੋਂ ਇਲਾਵਾ ਭਾਰਤ ਵਿੱਚੋਂ ਵੀ ਜੇ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਵਧਾਈ ਸੰਦੇਸ਼ ਭੇਜਿਆ ਆ। ਹਾਲਾਂਕਿ ਉਹ ਸ਼ਾਮਲ ਨਹੀਂ ਹੋ ਸਕੇ ਜੋ ਇਸ ਟਾਈਮ ਦੇਸ਼ ਦੇ ਵਿੱਚ ਇੱਥੇ ਚੱਲ ਰਿਹਾ ਹੈਗਾ, ਕਿਸਾਨ ਅੰਦੋਲਨ ਚੱਲ ਰਿਹਾ ਹੈਗਾ, ਪਰ ਦੂਸਰੇ ਪਾਸੇ ਜਿਹੜਾ ਹੈਗਾ ਵੱਡੇ ਪੱਧਰ ਦੇ ਉੱਤੇ ਇਹ ਜਿਹੜਾ ਸਮਾਗਮ ਹੋਇਆ। ਤੇ ਨਾਲ ਦੀ ਨਾਲ ਅਗਰ ਜੁੜਦੀ ਗੱਲ ਕਹੀਏ ਤਾਂ ਜਿਸ ਤਰੀਕੇ ਉਹ ਆਏ ਆ, ਉਹਨਾਂ ਨੇ ਟਰੰਪ ਸ਼ਾਸਨ ਦੇ ਵਿੱਚ ਜਿਸ ਤਰੀਕੇ ਦੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਸੀ, ਕੋਈ 15 ਦੇ ਕਰੀਬ ਨੀਤੀਆਂ ਉਹਨਾਂ ਨੇ ਲਾਗੂ ਕੀਤੀਆਂ ਸੀ, ਜਿਨ੍ਹਾਂ ਦੇ ਵਿੱਚੋਂ 13 ਨੀਤੀਆਂ ਜਿਹੜੀਆਂ ਨੇ ਉਹ ਉਹਨਾਂ ਆਉਂਦਿਆਂ ਸਾਰੀ ਰੱਦ ਕਰ ਦਿੱਤੀਆਂ। 2 ਨੀਤੀਆਂ ਰੱਖੀਆਂ ਨੇ। ਅਗਰ ਅਸੀਂ ਇਹਦੇ ਵਿੱਚ ਗੱਲ ਕਰ ਲਈਏ 2 ਨੀਤੀਆਂ ਵਿੱਚੋਂ, ਤੇ ਇੱਕ ਪੈਰਿਸ ਕਲਾਈਮੇਟ ਜਿਹੜਾ ਸਮਝੌਤਾ ਸੀਗਾ, ਉਹ ਸਮਝੌਤੇ ਦੀ ਅਸੀਂ ਜੇ ਗੱਲ ਕਰ ਲਈਏ ਤੇ ਉਹ ਸਮਝੌਤੇ ਨੂੰ ਵੀ ਜਿਹੜਾ ਉਹਨਾਂ ਨੇ ਵਾਪਸ ਲਿਆ ਗਿਆ। ਔਰ ਵਾਪਸ ਲੈਣ ਦਾ ਇਹੀ ਕਾਰਨ ਸੀਗਾ ਕਿਉਂਕਿ ਟਰੰਪ ਉਸ ਦੇ ਹਾਂ ਪੱਖ ਦੀ ਵਤੀਰੇ ਦੇ ਵਿੱਚ ਸੀਗਾ, ਹਾਂ ਦੇ ਪੱਖ ਦੇ ਵਿੱਚ ਸੀਗਾ, ਪਰ ਇਹਨਾਂ ਨੇ ਨਾ ਪੱਖੀ ਵਤੀਰਾ ਅਪਣਾਉਂਦੇ ਹੋਏ ਕਿ ਅਸੀਂ ਇਸ ਦੇ ਵਿੱਚ ਇਹਨੂੰ ਨਹੀਂ ਲਾਗੂ ਕੀਤਾ ਜਾਊਗਾ, ਅਸੀਂ ਇਹਨੂੰ ਇਸ ਕਰਕੇ ਵਾਪਸ ਲੈ ਰਹੇ ਹਾਂ। ਔਰ ਇਸ ਤੋਂ ਇਲਾਵਾ ਇੱਕ ਵਧੀਆ ਗੱਲ ਇਹ ਹੋਈ ਸਿਮੀ ਕਿ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਜਾਂ ਚੀਨ ਦੇ ਜਿਹੜੇ ਸੰਬੰਧ ਸੀਗੇ, ਕਿਤੇ ਅਸੀਂ ਦੇਖਦੇ ਸੀ ਉਹਨਾਂ ਵਿੱਚ ਖਟਾਸ ਵੀ ਚੱਲਦੀ ਪਈ ਆ। ਬਾਰਡਰ ਜਿਹੜੇ ਆ, ਸਰਹੱਦਾਂ, ਉਹਨਾਂ ਦੀ ਵੀ ਆਪਸ ਦੇ ਵਿੱਚ ਸਾਡੀ ਜਿਹੜੀ ਆ ਸੁਰੱਖਿਆ ਬਹੁਤ ਜ਼ਿਆਦਾ ਤਕੜੀ ਹੁੰਦੀ ਆ। ਔਰ ਚੀਨ ਔਰ ਪਾਕਿਸਤਾਨ ਦੀਆਂ ਜੋ ਹਰਕਤਾਂ ਕਈ ਵਾਰੀ ਅਸੀਂ ਦੇਖਦੇ ਹੈਗੇ, ਉਹਨਾਂ ਨੂੰ ਮੱਦੇਨਜ਼ਰ ਲੈਂਦੇ ਹੋਇਆਂ ਜੋ ਬਾਈਡਨ ਹੋਰਾਂ ਨੇ ਜਿਹੜਾ ਭਾਰਤ ਦੀ ਪਿੱਠ ਵੀ ਥਾਪੜੀ ਆ, ਔਰ ਆਪਣਾ ਇੱਕ ਭਰੋਸਾ ਵੀ ਜਿਤਾਇਆ। ਬਿਲਕੁਲ ਭਰੋਸਾ ਜਿਤਾਇਆ ਕਿ ਭਾਰਤ ਦੇ ਨਾਲ ਆ। ਸੋ ਪਹਿਲਾਂ ਟਰੰਪ ਦੇ ਵੇਲੇ ਵੀ ਇਹੀ ਸੀਗਾ ਕਿ ਭਾਰਤੀ ਔਰ ਮੋਦੀ ਹੁਣ ਜਿਹੜੀ ਸਾਂਝ ਸੀ ਉਹ ਸਾਨੂੰ ਦੇਖਣ ਚ ਨਜ਼ਰ ਆ ਰਹੀ ਆ। ਹੁਣ ਜੋ ਬਾਈਡਨ ਹੋਰਾਂ ਦੇ ਨਾਲ ਵੀ ਜਿਹੜੀ ਸਾਂਝ ਆ ਉਹ ਇਸੇ ਤਰ੍ਹਾਂ ਹੀ ਬਣੀ ਰਹੂਗੀ। ਮਤਲਬ ਕਿ ਸੁਖਾਵਾਂ ਸਨੇਹਾ ਜਿਹੜਾ ਅਮਰੀਕਾ ਦੇ ਵੱਲੋਂ ਦੇਸ਼ ਦੇ ਲਈ ਆਇਆ ਆ, ਭਾਰਤ ਦੇ ਲਈ ਆਇਆ ਤੇ ਉਹਨਾਂ ਨੇ ਵੀ ਆਪਣੇ ਸੰਬੰਧ ਜਿਹੜੇ ਸੁਖਾਵੇਂ ਰੱਖਣ ਦੀ ਗੱਲ ਕਹੀ ਹੈ। ਪਰ ਇੱਥੇ ਨਾਲ ਹੀ ਨਾਲ ਇੱਕ ਛੋਟੀ ਜਿਹੀ ਗੱਲ ਹੋਰ ਤੁਹਾਡੇ ਨਾਲ ਕਰਨਾ ਚਾਹਾਂਗੇ ਕਿ ਹੁਣ ਮੈਨੂੰ ਨਹੀਂ ਲੱਗਦਾ ਕਿ ਸਹੁੰ ਚੁੱਕ ਸਮਾਗਮ ਹੋ ਗਿਆ ਜੋ ਬਾਈਡਨ ਦਾ ਤੇ ਟਰੰਪ ਨੂੰ ਹੁਣ ਨੀਂਦ ਆਣੀ ਆ, ਤੇ ਮੈਨੂੰ ਲੱਗਦਾ ਹੈ ਕਿ ਟਰੰਪ ਨੂੰ ਹੁਣ ਬੀਪੀ ਦੀਆਂ ਗੋਲੀਆਂ ਲੱਗ ਹੀ ਜਾਣੀਆਂ ਨੇ। ਫਿਰ ਮੈਨੂੰ ਲੱਗਦਾ ਹੈ ਕਿ ਬੀਪੀ ਦੀਆਂ ਗੋਲੀਆਂ ਨਹੀਂ ਆ, ਬਲਕਿ ਗੋਲਾ ਖਾਣਾ ਪੈਣਾ ਹੈ। ਵੈਸੇ ਤਾਂ ਕੱਲ ਟਰੰਪ ਹੋਰੀ ਜਿਹੜੇ ਆ ਉਹਨਾਂ ਦੀ ਵਾਪਸੀ ਹੋ ਗਈ ਆ ਵਾਈਟ ਹਾਊਸ ਦੇ ਵਿੱਚ। ਜਿਸ ਤਰੀਕੇ ਉਹ ਆਪਣਾ ਪੂਰਾ ਅਧਿਕਾਰ ਜਮਾਈ ਬੈਠੇ ਸੀਗੇ, ਜਿਵੇਂ ਕਹਿ ਸਕਦੇ ਹਾਂ ਕਿ ਘਰ ਜਵਾਈ ਆਪਦਾ ਦਾਵਾ ਪੇਸ਼ ਕਰਦਾ, ਸੋ ਇਸ ਤਰ੍ਹਾਂ ਦਾ ਦਾਵਾ ਟਰੰਪ ਹੁਣੀ ਪੇਸ਼ ਕਰੀ ਬੈਠੇ ਸੀ। ਪਰ ਮਹਾਦੋਸ਼ ਵਾਲੀ ਜਿਹੜੀ ਗੱਲ ਚੱਲਦੀ ਪਈ ਸੀ, ਔਰ 2 ਵਾਰੀ ਉਹਨਾਂ ਤੇ ਮਹਾਦੋਸ਼ ਆਇਤ ਹੋਇਆ, ਉਸ ਤੋਂ ਬਾਅਦ ਮਜਬੂਰਨ ਉਹਨਾਂ ਨੂੰ ਵਾਈਟ ਹਾਊਸ ਵੀ ਛੱਡਣਾ ਪਿਆ। ਜਾਂਦੇ ਜਾਂਦੇ ਉਹ ਜੋ ਬਾਈਡਨ ਹੋਰਾਂ ਨੂੰ ਜਿਹੜੇ ਆਪਣੀ ਸ਼ੁਭ ਕਾਮਨਾਵਾਂ ਵੀ ਦੇ ਗਿਆ, ਔਰ ਇੱਕ ਵੱਡੀ ਗੱਲ ਕਰ ਗਿਆ ਕਿ ਮੈਂ ਆਪਣੇ, ਦੇਖੋ ਹਾਸੇ ਵਾਲੀ ਗੱਲ ਵੀ ਤੁਹਾਨੂੰ ਦੱਸਦੇ ਆ ਕਿ ਕਹਿ ਕੇ ਕੀ ਗਏ ਆ, ਕਹਿੰਦੇ ਜੀ ਮੇਰੇ ਸ਼ਾਸਨ ਕਾਲ ਦੌਰਾਨ ਜਿਹੜੀ ਆ ਪੂਰੀ ਅਮਨ ਸ਼ਾਂਤੀ ਰਹੀ ਆ ਔਰ ਕੋਈ ਜੰਗ ਨਹੀਂ ਛੇੜੀ। ਤੇ ਦੱਸੋ ਇੱਕ ਪਾਸੇ 2 ਜਿਹੜੇ ਮਹਾਦੋਸ਼ ਲੱਗੇ ਉਹ ਬਿਨਾਂ ਜੰਗ ਤੋਂ ਕਿਵੇਂ ਲੱਗੇ ਹਨਾ। ਸੋ ਬੜੀ ਹਾਸੋਹੀਣੀ ਜੀ ਗੱਲ ਆ। ਤੇ ਹੁਣ ਜਿਹੜੀ ਨੀਂਦ ਆਉਣ ਵਾਲੀ ਜਿੱਥੋਂ ਤੱਕ ਗੱਲ ਆ, ਉਮੀਦ ਹੈ ਵੀ ਵਾਈਟ ਹਾਊਸ ਦੇ ਸੁਪਨੇ ਹੁਣ ਉਹਨਾਂ ਨੂੰ ਆਉਂਦੇ ਰਹਿਣਗੇ ਤੇ ਵਾਰੀ-ਵਾਰੀ ਉਹ ਬੜਬੜਾ ਕੇ ਜਿਹੜੇ ਆ ਉਹ ਉੱਠਦੇ ਰਹਿਣਗੇ। ਸੋ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਆ ਉਹ ਟਰੰਪ ਹੋਣਾ ਦੀ ਬਣੀ ਆ, ਔਰ ਜੋ ਬਾਈਡਨ ਜਿਹੜੇ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਨੇ, ਔਰ ਸਾਡੇ ਵੱਲੋਂ ਵੀ ਸ਼ੁਭ ਕਾਮਨਾਵਾਂ ਉਹਨਾਂ ਨੂੰ ਰਾਸ਼ਟਰਪਤੀ ਬਣਦੇ ਜੀ। ਅਗਲਾ ਸਵਾਲ ਇਹੀ ਹੈ ਕਿ ਕਮਲਾ ਹੈਰਿਸ ਜਿਹੜੇ ਉੱਥੇ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਉਹਨਾਂ ਨੇ ਕੱਲ, ਤੇ
ਔਰਤਾਂ ਦੀ ਸਥਿਤੀ ਨੂੰ ਕਿਤੇ ਨਾ ਕਿਤੇ ਮਜ਼ਬੂਤ ਕਰਦੀ ਹੈ ਇਹ ਗੱਲ, ਤੇ ਭਾਰਤੀ ਮੂਲ ਦੇ ਨਾਲ ਜੁੜੇ ਹੋਣ ਕਰਕੇ ਸਾਡੇ ਲਈ ਮਾਣ ਦੀ ਗੱਲ ਆ। ਮਾਣ ਮਹਿਸੂਸ ਹੁੰਦਾ ਕਿ ਕਮਲਾ ਹੈਰਿਸ ਜਿਹੜੇ ਉੱਥੇ ਦੇ ਉਪ ਰਾਸ਼ਟਰਪਤੀ ਬਣਿਆ। ਇਸ ਬਾਰੇ ਕੀ ਕਹਿਣਾ ਹੈ ਕਿ ਜਿਹੜੀਆਂ ਔਰਤਾਂ ਨੇ ਅੱਜ ਵੱਡੇ ਮੁਕਾਮ ਹਾਸਲ ਕਰ ਰਹੀਆਂ ਨੇ, ਭਾਵੇਂ ਕਿਤੇ ਦੀ ਵੀ ਹੋਵੇ, ਪਰ ਹੁਣ ਜਦੋਂ ਸਾਡੇ ਭਾਰਤ ਦੇਸ਼ ਦੀ, ਭਾਰਤ ਮੂਲ ਦੀ ਔਰਤ ਨੇ ਉੱਥੇ ਜਾ ਕੇ ਝੰਡੇ ਗੱਡਿਆ ਕਾਮਯਾਬੀ ਦੇ, ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ? ਬਿਲਕੁਲ, ਜਮਾਈਕਨ ਭਾਰਤੀ ਮੂਲ ਦੀ ਕਮਲਾ ਹੈਰਿਸ ਜਿਹੜੀ ਕਿ ਉਪ ਰਾਸ਼ਟਰਪਤੀ ਵਜੋਂ ਉਹਨਾਂ ਨੇ ਇਸ ਸ਼ਾਸਨ ਕਾਲ ਦੇ ਵਿੱਚ, ਜੋ ਬਾਈਡਨ ਦੇ ਸ਼ਾਸਨ ਦੇ ਵਿੱਚ ਉਹਨਾਂ ਨੇ ਸਹੁੰ ਚੁੱਕੀ ਆ, ਇੱਕ ਬਹੁਤ ਸੁਖਤ ਸੁਨੇਹਾ ਆ। ਦੁਨੀਆ ਭਰ ਦੇ ਵਿੱਚ ਔਰਤਾਂ ਦਾ ਜਿਹੜਾ ਹੈਗਾ ਮਾਣ ਵਧਿਆ ਹੈਗਾ ਆ। ਔਰ ਜੋ ਅਸੀਂ ਗੱਲ ਕਰਦੇ ਕਿ ਕਿਤੇ ਕਈ ਵਾਰੀ ਸਥਿਤੀ ਬੜੀ ਗੰਭੀਰ ਹੁੰਦੀ ਆ ਕਿ ਔਰਤਾਂ ਮਰਦਾਂ ਦੇ ਬਰਾਬਰ ਆ, ਅਸੀਂ ਇਸ ਗੱਲ ਦੇ ਨਾਲ ਵੀ ਇਤਫਾਕ ਰੱਖਦੇ ਹੈਗੇ ਕਿ ਸੋ ਕਿਉ ਮੰਦਾ ਕਿ ਜਿੱਤ ਜਮੇ ਰਜਾਨ ਵਾਲੀ ਗੱਲ ਆ ਕਿ ਜੇ ਐਡੇ ਵੱਡੇ ਪੱਧਰ ਦੇ ਉੱਤੇ ਅਸੀਂ ਦੇਖਿਆ, ਦੇਖੋ ਦੁਨੀਆ ਦੇ ਵਿੱਚ ਬਹੁਤ ਔਰਤਾਂ ਦੀ ਜਿਹੜੀ ਭੂਮਿਕਾ ਰਹੀ ਹੈਗੀ ਆ। ਇੰਗਲੈਂਡ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਗੱਲ ਕਰ ਲਈ, ਉਹ ਰਹੇ ਆ। ਪਾਕਿਸਤਾਨ 'ਚ ਬੇਂਜਰ ਭੁੱਟੋ ਰਹੇ ਆ। ਸਾਡੇ ਇੱਥੇ ਇੰਦਰਾ ਗਾਂਧੀ ਰਹੀ ਹੈਗੀ। ਇਸੇ ਤਰ੍ਹਾਂ ਹੀ ਅਸੀਂ ਸ਼੍ਰੀਮਤੀ ਭੰਡਾਰ ਨਾਇਕੇ ਦੀ ਗੱਲ ਕਰਦੇ ਸੀ, ਉਹ ਵੀ ਪ੍ਰਧਾਨ ਮੰਤਰੀ ਰਹੇ ਆ ਸ਼੍ਰੀਲੰਕਾ ਦੇ। ਤੋਂ ਇਸ ਤਰੀਕੇ ਨਾਲ ਬਹੁਤ ਸਾਰੀਆਂ ਔਰਤਾਂ ਦੀ ਵੱਡੀ ਭੂਮਿਕਾ ਜਿਹੜੀ ਆ ਰਾਜਨੀਤੀ ਵਿੱਚ ਅਸੀਂ ਦੇਖਦੇ ਰਹੇ ਆ, ਹੋਰ ਕਾਫੀ ਸਾਰੇ ਖੇਤਰਾਂ 'ਚ ਦੇਖਦੇ ਰਹੇ। ਪਰ ਇਸ ਟਾਈਮ ਜਿਹੜੀ ਆ ਕਮਲਾ ਹੈਰਿਸ ਹੋਰਾਂ ਦਾ ਜਿਹੜਾ ਹੈਗਾ ਆ, ਉਹ ਇੱਕ ਸੁਖਦ ਅਹਿਸਾਸ ਦਿੰਦਾ ਆ ਔਰਤਾਂ ਦੇ ਹੱਕਾਂ ਦੇ ਪ੍ਰਤੀ ਵੀ। ਔਰ ਕਹਿ ਸਕਦੇ ਕਿ ਅਮਰੀਕਾ ਵਰਗੇ ਵੱਡੇ ਲੋਕਤੰਤਰ ਦੇ ਵਿੱਚ ਇੱਕ ਭਾਰਤੀ ਮੂਲ ਦੀ ਔਰਤ ਦਾ ਹੋਣਾ ਜਿਹੜਾ ਆ, ਉਹ ਭਾਰਤੀਆਂ ਲਈ ਵੀ ਸੁਖਤ ਸੁਨੇਹਾ ਆ ਤੇ ਔਰਤਾਂ ਦੇ ਲਈ ਵੀ ਇੱਕ ਸੁਖਤ ਸੁਨੇਹਾ ਹੈ, ਤਾਂ ਕਿ ਉਹਨਾਂ ਦੀ ਜਿਹੜੇ ਹੌਸਲਾ ਇਸ ਤਰ੍ਹਾਂ ਵਧੇ ਔਰ ਔਰਤਾਂ ਜਿਹੜੀਆਂ ਵੱਧ ਤੋਂ ਵੱਧ ਜਿਹੜੇ ਹੈਗੀਆਂ ਹੋਰਨਾਂ ਖੇਤਰਾਂ ਦੇ ਵਿੱਚ ਵੀ ਆ ਕੇ ਅੱਗੇ ਤੇ ਆਪਣਾ ਜਿਹੜਾ ਹੈਗਾ ਆ ਉਹ ਮੁਕਾਮ ਜਿਹੜਾ ਹੈ ਪ੍ਰਾਪਤ ਕਰ ਸਕਣ। ਇਹੋ ਜਿਹੀਆਂ ਮਿਸਾਲਾਂ ਤੋਂ ਬਾਅਦ ਇਹੋ ਜਿਹੇ ਵੱਡੇ ਪਲੰਗੇ ਜਿਹੜੇ ਔਰਤਾਂ ਪੁੱਟ ਰਹੀਆਂ ਨੇ ਤੇ ਉਹਨਾਂ ਨੂੰ ਜਿਹੜਾ ਸਫਲਤਾ ਮਿਲ ਰਹੀ ਹੈ, ਉਸ ਤੋਂ ਬਾਅਦ ਹੀ ਦੇਖੋ ਕਿਸਾਨ ਸੰਘਰਸ਼ ਦੇ ਵਿੱਚ ਕਿਵੇਂ ਔਰਤਾਂ ਮੋਢੇ ਦੇ ਨਾਲ ਮੋਢਾ ਜੋੜ ਕੇ ਬੈਠੀਆਂ ਨੇ, ਚੁੱਲ੍ਹਾ ਚੌਂਕਾ ਸਾਹਮਣ ਵਾਲੀਆਂ ਅੱਜ ਮੋਰਚੇ ਸਾਹਮਣੇ ਬੈਠੀਆਂ ਨੇ, ਹੈਨਾ। ਤੇ ਇਸ ਦੇ ਨਾਲ ਹੀ ਇੱਕ ਗੱਲ ਹੋਰ ਕਰਾਂਗੇ ਕਿ ਤੁਹਾਨੂੰ ਪਤਾ ਹੀ ਹੋਣਾ, ਜਿਵੇਂ ਰਜਨੀ ਚੈਂਡੀ ਆ ਜਿਹੜੀ 69 ਸਾਲਾਂ ਦੀ ਆ, ਉਹ ਇੱਕ ਅਭਿਨੇਤਰੀ ਆ, ਕੇਰਲਾ ਦੇ ਵਿੱਚ ਰਹਿੰਦੀ ਆ। ਪਰ ਜਿੱਥੇ ਇੱਕ ਪਾਸੇ ਕਮਲਾ ਹੈਰਿਸ ਦੀ ਗੱਲ ਕਰਕੇ ਹਟੇ ਆ ਕਿ ਉਹਨਾਂ ਨੂੰ ਸਫਲਤਾ ਮਿਲੀ ਆ ਤੇ ਅੱਜ ਮਾਣ ਮਹਿਸੂਸ ਹੋ ਰਿਹਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਸੋਚ ਆ ਜਿਹੜੀ, ਭਾਵੇਂ ਇੰਡੀਆ ਹੋਵੇ ਭਾਵੇਂ ਬਾਹਰ ਹੋਵੇ, ਬਾਹਰ ਤੇ ਇੰਡੀਆ ਦੇ ਵਿੱਚ ਹੁਣ ਵੀ ਬਹੁਤ ਜ਼ਿਆਦਾ ਫਰਕ ਆ, ਤੇ ਉਹਨਾਂ ਦੀ ਸੋਚ ਦੇ ਵਿੱਚ ਵੀ ਤਕੀਆ ਨੁਕਸੀ ਜਿਹੜੀ ਸੋਚ ਆ ਉਹਨਾਂ ਦੀ, ਹੈ ਨਾ, ਉਹ ਹਜੇ ਵੀ ਕਾਇਮ ਆ ਲੋਕਾਂ ਦੇ ਵਿੱਚ। ਰਜਨੀ ਚੈਂਡੀ ਨੂੰ ਜਿਹੜੀ ਮੇਕਅਪ ਦੇ ਲਈ ਟ੍ਰੋਲ ਕੀਤਾ ਗਿਆ, ਉਹਨਾਂ ਦੇ ਪਿੱਛੇ ਹੀ ਫੋਟੋ ਸ਼ੂਟ ਕਰਵਾਇਆ, ਸੋਸ਼ਲ ਮੀਡੀਆ ਤੇ ਪਾਇਆ ਤੇ ਉਸ ਤੋਂ ਬਾਅਦ ਟ੍ਰੋਲ ਕੀਤਾ ਗਿਆ। ਕਈ ਲੋਕਾਂ ਨੇ ਉਹਨਾਂ ਨੂੰ ਉਤਸ਼ਾਹ ਦਿੱਤਾ, ਕਈ ਲੋਕਾਂ ਨੇ ਉਹਨਾਂ ਨੂੰ ਪਿਆਰ ਵੀ ਦਿੱਤਾ, ਪਰ ਜ਼ਿਆਦਾਤਰ ਕਮੈਂਟ ਆ ਜਿਹੜੇ ਨੈਗੇਟਿਵ ਆਏ ਤੇ ਉਹਨਾਂ ਨੂੰ ਟ੍ਰੋਲ ਕੀਤਾ ਗਿਆ, ਉਹਨਾਂ ਦੇ ਮੇਕਅਪ ਨੂੰ ਲੈ ਕੇ, ਉਹਨਾਂ ਦੀ ਉਮਰ ਨੂੰ ਲੈ ਕੇ। ਬਿਲਕੁਲ ਕੀ ਕਹਿਣਾ ਚਾਹੋਗੇ ਕਿ ਦੋ ਪੱਖੀ ਗੱਲ ਇੱਥੇ ਹੈਗੀ ਆ? ਕਹਿ ਸਕਦੇ ਕਿ ਦਿਲ ਹੋਣਾ ਚਾਹੀਦਾ, ਜਵਾਨ ਉਮਰਾਂ 'ਚ ਕੀ ਰੱਖਿਆ। ਸ਼ਾਇਦ ਰਜਨੀ ਚੈਂਡੀ ਹੋਰਾਂ ਤੇ ਇਹ ਗੱਲ ਵੀ ਢੁੱਕਦੀ ਆ। ਪਰ ਦੇਖੋ ਨਾ, ਬੰਦਾ ਹੀ ਇਹ ਦਾਅਵੇ ਪੇਸ਼ ਕਰ ਦਿੰਦਾ ਹੈਗਾ ਵੀ ਇਹ ਤਾਂ ਕਿਸੇ ਦੇ ਪੱਖ ਦੀ ਗੱਲ ਜੇ ਆਪਾਂ ਸੋਚੀਏ ਤੇ ਇਹ ਦਾਅਵਾ ਨਹੀਂ ਕੀਤਾ ਜਾਣਾ ਚਾਹੀਦਾ ਹੈਗਾ, ਕਿਉਂਕਿ ਅਧਿਕਾਰ ਸਾਰਿਆਂ ਦਾ ਹੈਗਾ ਖੁੱਲ੍ਹ ਕੇ ਜ਼ਿੰਦਗੀ ਜਿਹੜੀ ਜਿਉਣੀ ਆ। ਜ਼ਿੰਦਗੀ ਤੁਹਾਡੀ ਇਸ ਤਰ੍ਹਾਂ ਦੀ ਆ, ਤੁਸੀਂ ਆਪਣੀ ਮੂਜਬ ਆਪਣੀ ਤੌਰ ਤਰੀਕੇ ਨਾਲ ਜਿਓ, ਕਿਸੇ ਦਾ ਕੋਈ ਵਿੱਚ ਹਿਰਖ ਨਹੀਂ ਹੋਣਾ ਚਾਹੀਦਾ, ਕਿਸੇ ਦਾ ਦਖਲ ਨਹੀਂ ਹੋਣਾ ਚਾਹੀਦਾ। ਪਰ ਜੋ ਟ੍ਰੋਲ ਹੋ ਰਿਹਾ ਰਜਨੀ ਚੈਂਡੀ ਹੋਰਾਂ ਬਾਰੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜੇ ਹੈਗਾ ਮੇਕਅਪ ਕਰਕੇ, ਇਸ ਤਰ੍ਹਾਂ ਦੀਆਂ ਡਰੈਸਸ ਪਾ ਕੇ ਉਹਨਾਂ ਨੇ ਕਿਉਂ ਸ਼ੂਟ ਕਰਵਾਇਆ, ਉਹ ਉਹਨਾਂ ਦੀ ਮਰਜ਼ੀ ਸੀ ਬਈ। ਸਾਨੂੰ ਸਾਰਿਆਂ ਨੂੰ ਕਿਉਂ ਤਕਲੀਫ ਹੋ ਰਹੀ ਹੈ, ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਔਰਤਾਂ ਦੀ ਭੂਮਿਕਾ ਨੂੰ ਨਗੂਣਾ ਸਮਝਦੇ ਆ। ਔਰ ਇੱਥੇ ਬਹੁਤ ਵਾਰੀ ਅਸੀਂ ਦੇਖਦੇ ਆ ਭਾਰਤ ਵਿੱਚ, ਮੈਨੂੰ ਇੱਕ ਘਟਨਾ ਯਾਦ ਆਉਂਦੀ ਹੈਗੀ ਆ, ਅੰਮ੍ਰਿਤਾ ਪ੍ਰੀਤਮ ਹੋਰਾਂ ਦੇ ਨਾਲ ਹੀ ਇੱਕ ਤਮਿਲ ਮੂਲ ਦੀ ਬਹੁਤ ਵੱਡੀ ਜਿਹੜੀ ਰਾਈਟਰ ਸੀ ਸ਼ਿਵ ਸ਼ੰਕਰੀ ਜੀ। ਹੁਣ ਸ਼ਿਵ ਸ਼ੰਕਰੀ ਜਿਹੜੀ ਸੀ ਇੱਕ ਵਿਧਵਾ ਦਾ ਜੀਵਨ ਜਿਉਂ ਰਹੀ ਸੀਗੀ, ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਆਪਦੇ ਮੱਥੇ ਉੱਤੇ ਬਿੰਦੀ ਤੇ ਮਾਂਗ ਦੇ ਵਿੱਚ ਜਿਹੜਾ ਸੰਧੂਰ ਸੀ ਉਹ ਨਹੀਂ ਮਿਟਣ ਦਿੱਤਾ। ਤਾਂ ਇੱਕ ਵਾਰੀ ਇਸੇ ਤਰ੍ਹਾਂ ਹੌਜ ਖਾਸ ਅੰਮ੍ਰਿਤਾ ਪ੍ਰੀਤਮ ਨੂੰ ਮਿਲਣ ਵਾਸਤੇ ਆਏ ਤੇ ਉੱਥੇ ਕੀ ਹੋਇਆ ਸਿਮੀ, ਕਿ ਅੰਮ੍ਰਿਤਾ ਨੇ ਪੁੱਛਿਆ ਵੀ ਤੂੰ ਅੱਜ ਵਿਧਵਾ ਦਾ ਜੀਵਨ ਜੀ ਕੇ ਤੂੰ ਬਿੰਦੀ ਲਾਉਣੀ ਐ, ਤੂੰ ਇਸ ਤਰੀਕੇ ਮੰਗ 'ਚ ਸੰਧੂਰ ਭਰਦੀ ਐ। ਤੇ ਉਹ ਹੱਸ ਪਈ। ਸ਼ਿਵ ਸ਼ੰਕਰੀ ਨੇ ਕਿਹਾ ਕਿ ਅੰਮ੍ਰਿਤਾ ਦੀਦੀ ਮੈਨੂੰ ਇਹ ਲੱਗਦਾ ਆ, ਪਰ ਕਹਿੰਦੀ ਬੇਵਕੂਫ ਲੋਕ ਇਹ ਨਹੀਂ ਸਮਝਦੇਗੇ, ਮੇਰੇ ਲਈ ਮੇਰਾ ਘਰ ਵਾਲਾ ਮਰਿਆ ਨਹੀਂ, ਮੇਰੀ ਰੂਹ ਦੇ ਵਿੱਚ, ਮੇਰੇ ਮਨ ਦੇ ਵਿੱਚ, ਆਪਣੀਆਂ ਯਾਦਾਂ ਸਮੇਤ ਜੋ ਤੱਕ ਮੇਰਾ ਆਖਰੀ ਸਾਹ ਉਹ ਜਿਉਂਦਾ ਰਹੂਗਾ। ਤੇ ਫਿਰ ਇਹ ਲੋਕ ਕੌਣ ਹੁੰਦੇ ਆ ਕਹਿਣ ਵਾਲੇ? ਸੋ ਇਸ ਤਰ੍ਹਾਂ ਦੇ ਲੋਕਾਂ ਦੇ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਦੂਸਰੇ ਪਾਸੇ ਮਹਾਰਾਣੀ ਗਾਇਤਰੀ ਦੇਵੀ ਜਿਹੜੀ ਕਿ ਜੈਪੁਰ ਦੀ ਮਹਾਰਾਣੀ ਸੀ, ਅਸੀਂ ਉਹਨੂੰ ਦੇਖਦੇ ਹਾਂ ਕਿ ਬਿਲਕੁਲ ਬੁਢੇਪੇ ਦੀ ਉਮਰ 'ਚ ਆ ਕੇ ਵੀ ਉਹ ਬਹੁਤ ਸਾਰੇ ਗਹਿਣੇ ਪਾਉਣ ਦਾ ਉਹਨਾਂ ਨੂੰ ਸ਼ੌਂਕ ਸੀਗਾ, ਸੁਰਖੀ ਲਗਾਉਣ ਦਾ ਸ਼ੌਂਕ ਸੀਗਾ, ਔਰ ਬਹੁਤ ਖੂਬਸੂਰਤ ਔਰਤ ਸੀਗੀ। ਕਹਿ ਸਕਦੇ ਹੈਗੇ ਕਿ ਸ਼ਾਇਦ ਇੰਗਲੈਂਡ
ਦੀ ਜਿਹੜੀ ਸੀਗੀ ਲੇਡੀ ਡਾਇਨਾ ਉਹ ਇੰਨੀ ਖੂਬਸੂਰਤ ਨਹੀਂ ਸੀ ਜਿੰਨੀ ਮਹਾਰਾਣੀ ਗਾਇਤਰੀ ਦੇਵੀ ਸੀ। ਸੋ ਇਸ ਕਰਕੇ ਜਿਹੜੀ ਔਰਤਾਂ ਆ ਇਸ ਮਾਮਲੇ 'ਚ ਅਗਰ ਆਉਂਦੀਆਂ ਹੈਗੀਆਂ ਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਟ੍ਰੋਲ ਕਰਦੇ ਹੈਗੇ ਤਾਂ ਮੈਨੂੰ ਲੱਗਦਾ ਇੱਕ ਬਹੁਤ ਦਕਿਆਨੁਸੀ ਔਰ ਸੌੜੀ ਸੋਚ ਦੇ ਇਹ ਪ੍ਰਤੀਕ ਹੈ। ਜੀ ਇੱਥੇ ਗੱਲ ਇਹ ਵੀ ਕਰਨਾ ਚਾਹਾਂਗੇ, ਭਾਵੇਂ ਦੇਖੋ ਕਮਲਾ ਹੈ, ਜਿਹੜੇ ਕਮਲਾ ਹੈਰਿਸ ਇੱਕ ਪਾਸੇ ਉਹਨਾਂ ਨੂੰ ਇੱਕ ਐਡਾ ਵੱਡਾ ਮੁਕਾਮ ਹਾਸਲ ਹੋਇਆ, ਦੂਜੇ ਪਾਸੇ ਚੈਂਡੀ ਹੈ ਜਿਹੜੀ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ, ਪਰ ਕਿਤੇ ਨਾ ਕਿਤੇ ਚੈਂਡੀ ਨੇ ਆਪਣਾ ਪੱਖ ਵੀ ਰੱਖਿਆ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਮੇਰੇ ਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ, ਇਹੋ ਜਿਹੇ ਲੋਕਾਂ ਨੂੰ ਦੇਸ਼ ਦੇ ਲਈ ਤੇ ਹੋਰ ਕੰਮਾਂ ਦੇ ਵਿੱਚ ਆਪਣਾ ਸਮਾਂ ਜਿਹੜਾ ਬਰਬਾਦ ਕਰਨਾ ਚਾਹੀਦਾ। ਫਿਰ ਵੀ ਦੇਖੋ ਟ੍ਰੋਲ ਹੋਣ ਤੋਂ ਬਾਅਦ ਵੀ ਉਹਨਾਂ ਦੇ ਹੌਸਲੇ ਨੇ ਜਿਹੜੇ ਕਿੰਨੇ ਬੁਲੰਦ ਨੇ ਕਿ ਉਹ ਹਜੇ ਵੀ ਉਹ ਕਹਿ ਰਹੇ ਕਿ ਮੈਂ ਇਹਨਾਂ ਚੀਜ਼ਾਂ ਨੂੰ ਮਾਇਨੇ ਨਹੀਂ ਦਿੰਦੀ, ਮੇਰੇ ਬਾਰੇ ਜੋ ਕਿਸੇ ਨੇ ਸੋਚਣਾ ਸੋਚੀ ਜਾਵੇ, ਪਰ ਮੈਂ ਆਪਣੇ ਮਨ ਦੀ ਗੱਲ ਕਰਦੀ ਆ ਤੇ ਮੈਂ ਆਪਣੇ ਮਨ ਦੀ ਹੀ ਸੁਣਦੀ ਆ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਬਹੁਤ ਵੱਡੀ ਸੋਚ ਹੁੰਦੀ ਹੈ ਹਨਾ ਜੀ। ਤੇ ਨਾਲ ਹੀ ਆਪਾਂ ਗੱਲ ਕਰਾਂਗੇ ਹੁਣ ਇੱਕ ਹੋਰ ਮੁਹੰਮਦ ਸਦੀਕ ਜੀ ਆਪਣੇ 3 ਪਾਰਲੀਮੈਂਟ ਦੇ ਵਿੱਚ MP 3 ਮੈਂਬਰ ਨੇ, ਭਗਵੰਤ ਮਾਨ ਤੇ ਮੁਹੰਮਦ ਸਦੀਕ ਜੀ, ਤੇ ਜੇ ਇਹਨਾਂ ਦੀ ਗੱਲ ਕੀਤੀ ਜਾਵੇ ਤੇ ਕਿਤੇ ਨਾ ਕਿਤੇ ਚਾਹੇ ਸਿਆਸੀ ਲੀਡਰ ਨੇ ਅਲੱਗ-ਅਲੱਗ ਪਾਰਟੀਆਂ ਦੇ ਨਾਲ, ਹੰਸਰਾਜ ਹੰਸ ਅਲੱਗ-ਅਲੱਗ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਨੇ, ਪਰ ਕਿਤੇ ਨਾ ਕਿਤੇ ਜਿਹੜੇ ਕਿਸਾਨੀ ਸੰਘਰਸ਼ ਆ ਜਾਂ ਸਾਡੀ ਕਿਸਾਨ ਜਥੇਬੰਦੀਆਂ ਦੀ ਸਟੇਜ ਆ ਇਸ ਤੋਂ ਇਹ ਕਾਫੀ ਦੂਰ ਨੇ, ਕਿਉਂਕਿ ਇਹ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ, ਸਿਆਸਤ ਦੇ ਨਾਲ ਜੁੜੇ ਹੋਏ ਨੇ। ਬਾਕੀ ਕਲਾਕਾਰ ਆ ਜਿਹੜੇ ਉਹ ਕਿਸਾਨੀ ਸੰਘਰਸ਼ ਦੇ ਨਾਲ ਖੜੇ ਆ। ਕਿਤੇ ਨਾ ਕਿਤੇ ਜਿਹੜੇ ਭਗਵੰਤ ਮਾਨ ਆ ਉਹ ਲਗਾਤਾਰ ਹੀ ਕਿਸਾਨੀ ਦੇ ਹੱਕ ਦੀ ਗੱਲ ਕਰਦੇ ਆ ਰਿਹਾ, ਉਹ ਕਿਸਾਨਾਂ ਦੇ ਨਾਲ ਹਮੇਸ਼ਾ ਗੱਲ ਕਰਦੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਭਾਵੇਂ ਕੇਜਰੀਵਾਲ ਦੀ ਸਰਕਾਰ ਹੀ ਕਿਉਂ ਨਾ ਹੋਵੇ, ਕਿਉਂਕਿ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ। ਦੂਜੇ ਹੰਸਰਾਜ ਹੰਸ ਜੀ ਵੀ ਕਹਿੰਦੇ ਆ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਖੜੇ ਆ, ਸਾਡੇ ਨਾਲ ਆ ਕੇ ਗੱਲ ਕਰਨ, ਅਸੀਂ ਗੱਲ ਕਰਨ ਨੂੰ ਤਿਆਰ ਆ, ਭਾਵੇਂ ਉਹਨਾਂ ਦੇ ਬਿਆਨ ਆ ਜਿਹੜੇ ਉਹ ਟ੍ਰੋਲ ਹੋ ਜਾਂਦੇ ਨੇ ਤੇ ਹਾਸੋ ਹੀ ਨਹੀਂ ਬਣ ਜਾਂਦੇ ਨੇ। ਪਰ ਦੂਜੇ ਪਾਸੇ ਹੁਣ ਕਿਤੇ ਨਾ ਕਿਤੇ ਲੰਮੇ ਸਮੇਂ ਦੀ ਚੁੱਪੀ ਤੋਂ ਬਾਅਦ ਮੁਹੰਮਦ ਸਦੀਕ ਨੇ ਇੱਕ ਗਾਣਾ ਗਾਇਆ ਆ ਕਿਸਾਨਾਂ ਦੇ ਹੱਕ ਦੇ ਵਿੱਚ। ਬਿਲਕੁਲ ਬਿਲਕੁਲ ਉਸ ਬਾਰੇ ਕੀ ਕਹਿਣਾ ਕਿ ਕਿਤੇ ਨਾ ਕਿਤੇ ਹੁਣ ਉਹੋ ਜਿਹਾ ਗਾਣਾ ਗਾ ਰਿਹਾ, ਕਿਤੇ ਨਾ ਕਿਤੇ ਆਪਣੀ ਛਵੀ ਹੈ ਜਿਹੜੀ ਉਹ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜ਼ਾਹਿਰ ਹੈ ਕਿ ਕਦੇ ਮੋਢਾ ਦੁਖਣ ਵਾਲੀ ਗੱਲ ਵੀ ਉਹਨਾਂ ਦੀ ਆਈ ਸੀ ਕਿ ਮੋਢਾ ਲੱਥ ਗਿਆ ਸੀਗਾ, ਕਿਉਂਕਿ ਉਸ ਕਰਕੇ ਵੀ ਉਹਨਾਂ ਨੂੰ ਵੀ ਟ੍ਰੋਲ ਕੀਤਾ ਜਾ ਰਿਹਾ ਸੀ। ਬਹੁਤ ਸਾਰੇ ਕਮੈਂਟ ਜਿਹੜੇ ਸੀਗੇ ਅਸੀਂ ਦੇਖਦੇ ਸੋਸ਼ਲ ਮੀਡੀਆ ਤੇ ਆ ਰਹੇ ਸੀ ਵੀ ਸਦੀਕ ਹੋਰਾਂ ਨੇ ਇਹ ਕੀ ਕੀਤਾ। ਪਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚੋਂ ਪੰਜਾਬ ਨਾਲ ਸੰਬੰਧਿਤ ਜਿਹੜੇ 3 MP ਆ, ਖਾਸ ਤੌਰ ਤੇ ਭਗਵੰਤ ਮਾਨ ਦੀ ਗੱਲ ਆ ਗਈ, ਹੰਸਰਾਜ ਹੋਰਾਂ ਦੀ ਗੱਲ ਆ ਗਈ ਜਾਂ ਮੁਹੰਮਦ ਸਦੀਕ ਹੋਰਾਂ ਦੀ ਗੱਲ ਆ ਗਈ, ਹੁਣ ਤੱਕ ਇਹ ਤਿੰਨਾਂ ਦੀ ਜਿਹੜੀ ਖਾਸ ਤੌਰ ਤੇ ਭਗਵੰਤ ਮਾਨ ਨੂੰ ਜੇ ਅਸੀਂ ਛੱਡ ਦਈਏ ਕਿ ਉਹ ਆਪ ਪਾਰਟੀ ਦੇ ਜ਼ਰੀਏ ਕਿਸਾਨੀ ਹੱਕਾਂ ਦੀ ਗੱਲ ਕਰਦੇ ਆ, ਉਹ ਵਿੱਚ ਸ਼ਾਮਲ ਵੀ ਹੋਏ ਸੀ। ਹਾਲਾਂਕਿ ਕਿਸਾਨ ਅੰਦੋਲਨ ਜਿਹੜਾ ਹੈਗਾ ਰਾਜਨੀਤੀ ਤੋਂ ਬਿਨਾਂ ਨਿਰਲੇਪ ਚੱਲ ਰਿਹਾ ਹੈਗਾ, ਕਿਉਂਕਿ ਕਿਸੇ ਵੀ ਰਾਜਨੀਤੀ ਲੀਡਰ ਨੂੰ ਉੱਥੇ ਨਹੀਂ ਆਮਦ ਕਰਨ ਦਿੱਤੀ ਜਾ ਰਹੀ, ਕਿਉਂਕਿ ਸਾਰੇ ਹੀ ਆਪਣੋ ਆਪ ਦੇ ਵਿੱਚ ਕਿਸਾਨ ਲੀਡਰ ਹੈ। ਸਾਰੇ ਕਿਸਾਨ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਉਹ ਸਾਰੇ ਹੀ ਆਗੂ ਨੇ। ਤੇ ਦੂਸਰੇ ਪੱਖ ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਹੰਸਰਾਜ ਜੋ ਕਿ ਭਾਜਪਾ ਦਾ ਇੱਕ ਚਿਹਰੇ ਵਜੋਂ ਉੱਭਰ ਕੇ ਨਵੀਂ ਦਿੱਲੀ ਤੋਂ MP ਬਣੇ, ਪਰ ਪੰਜਾਬ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਕਿਸਾਨਾਂ ਦੇ ਪੱਖ 'ਚ ਬੋਲਣਗੇ, ਪਰ ਉਹ ਅੰਦਰ ਖਾਤੇ ਜੋ ਸਥਿਤੀ ਉਹਨਾਂ ਦੀ ਵੀ ਬਣੀ ਹੋਈ ਆ ਕਿ ਉਹ ਭਾਜਪਾ ਦੇ ਹੀ ਹੱਕ ਦੇ ਵਿੱਚ ਖੜੇ ਆ। ਕਿਸਾਨ ਜਿਹੜੇ ਸੀਗੇ ਖੇਤੀ ਕਾਨੂੰਨ ਇਹ ਲਾਗੂ ਕੀਤੇ ਸੀ, ਉਹਨਾਂ ਦੇ ਹੱਕ 'ਚੋਂ ਪ੍ਰਚਾਰ ਵੀ ਕਰਨ ਗਏ ਰਿਹਾ, ਇਸ ਕਰਕੇ ਵੀ ਉਹਨਾਂ ਨੂੰ ਵੀ ਕਾਫੀ ਜਿਹੜਾ ਸੀਗਾ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਇੱਕ ਪੰਜਾਬ ਦਾ ਵਸਨੀਕ ਹੋ ਕੇ ਉਹ ਇਸ ਤਰੀਕੇ ਕਰ ਰਿਹਾ। ਪਰ ਹੁਣ ਜਦੋਂ ਮੁਹੰਮਦ ਸਦੀਕ ਹੋਰਾਂ ਦੀ ਗੱਲ ਕਰਦੇ ਹਾਂ, ਲੰਬਾ ਸਮਾਂ ਮੁਹੰਮਦ ਸਦੀਕ ਦਾ ਇੱਕ 5 ਦਹਾਕਿਆਂ ਦਾ ਲੰਬਾ ਸਮਾਂ ਪੰਜਾਬੀ ਗਾਇਕੀ ਨਾਲ ਜੁੜੇ ਰਹੇ ਆ, ਪਰ ਬਾਅਦ ਵਿੱਚ ਰਾਜਨੀਤੀ ਵਿੱਚ ਅਸੀਂ ਆਏ ਆ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਇਹੀ ਉਮੀਦਾਂ ਕੀਤੀਆਂ ਜਾਂਦੀਆਂ ਹੁੰਦੀਆਂ ਲੋਕਾਂ ਵੱਲੋਂ ਕਿ ਜਿਸ ਲੀਡਰ ਨੂੰ ਅਸੀਂ ਚੁਣ ਕੇ ਭੇਜਿਆ ਉਹ ਲੋਕ ਪੱਖੀ ਗੱਲ ਕਰਦੇ ਆ ਜਾਂ ਨਹੀਂ ਕਰਦੇ। ਸਦੀਕ ਹੋਰਾਂ ਨੇ ਹੁਣ ਲੋਕ ਪੱਖੀ ਗੱਲ, ਚਲੋ ਕਿਸਾਨੀ ਮੁੱਦਿਆਂ ਦੀ ਤਾਂ ਹਜੇ ਉਹ ਗੱਲ ਦੇ ਉੱਤੇ ਉਸ ਤਰੀਕੇ ਨਾਲ ਨਹੀਂ ਆਏ, ਨਹੀਂ ਕਿਸੇ ਮੰਚ ਦੇ ਉੱਤੇ ਵਿਚਰੇ, ਪਰ ਆਪਣੇ ਇੱਕ ਗੀਤ ਦੇ ਜ਼ਰੀਏ ਉਹਨਾਂ ਨੇ ਆਪਣੇ ਪੰਜਾਬ ਤੇ ਪੰਜਾਬੀਅਤ ਦਾ ਅਹਿਸਾਸ ਕਰਵਾ ਦਿੱਤਾ ਹੈਗਾ ਔਰ ਕਿਸਾਨੀ ਦੇ ਪੱਖ ਵਿੱਚ ਉਹਨਾਂ ਨੇ ਗੀਤ ਗਾ ਕੇ ਜਿਹੜੀ ਆਪਣੀ ਹਾਜ਼ਰੀ ਉਹ ਲਗਾ ਦਿੱਤੀ ਹੈ। ਸੋ ਸਭਨਾਂ ਨੇ ਇਸ ਮਾਮਲੇ ਵਿੱਚ ਉਹਨਾਂ ਨੂੰ ਖੁਸ਼ਾਮਦੀਦ ਵੀ ਕਿਹਾ ਕਿ ਚਲੋ ਕਿਸੇ ਤਰੀਕੇ ਆਏ ਮੁਹੰਮਦ ਸਦੀਕ ਸਾਹਿਬ ਦੋਏ ਰਾਏ ਦਰੁਸਤ ਆਏ, ਸੋ ਇਹ ਵੱਡੀ ਗੱਲ ਹੋਈ। ਜਦੋਂ ਜਾਗੇ ਤਬੀ ਸਵੇਰਾ ਕਹਿੰਦੇ ਹਨ, ਉਹਨਾਂ ਲਈ ਹੁਣ ਸਵੇਰਾ ਸੀਗਾ ਸ਼ਾਇਦ। ਤੇ ਕਿਤੇ ਨਾ ਕਿਤੇ ਚਲੋ ਜੋ ਵੀ ਹੋਇਆ, ਪਰ ਹੁਣ ਜੇ ਉਹ ਕਿਸਾਨਾਂ ਦੀ ਹੱਕ ਦੀ ਗੱਲ ਕਰ ਰਿਹਾ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਅਹਿਸਾਸ ਹੋਇਆ ਹੋਣਾ ਪੰਜਾਬੀ ਹੋਣ ਦਾ, ਪੰਜਾਬੀਅਤ ਦੇ ਨਾਲ ਜੁੜੇ ਹੋਣ ਦਾ। ਪਰ ਕਿਤੇ ਨਾ ਕਿਤੇ ਜਿਹੜੇ ਵੱਡੇ ਦਾਗ ਆ ਸਿਆਸਤ ਦੇ ਵਿੱਚ ਆ ਕੇ ਹਨਾ ਲੱਗ ਜਾਂਦੇ ਆ, ਭਾਵੇਂ ਚਾਹੋ ਹੰਸਰਾਜ ਹੰਸ ਹੋਵੇ, ਭਾਵੇਂ ਭਗਵੰਤ ਮਾਨ ਹੋਵੇ, ਭਾਵੇਂ ਮੁਹੰਮਦ ਸਦੀਕ ਹੋਵੇ, ਵੱਡੇ ਦਾਗ ਲੱਗ ਜਾਂਦੇ ਆ। ਕਈ ਵਾਰ ਬੰਦਾ ਅੰਦਰੋਂ ਉਹ ਚੀਜ਼ ਨਹੀਂ ਚਾਹੁੰਦਾ ਹੁੰਦਾ, ਪਰ ਜਿਸ ਪਾਰਟੀ ਦੇ ਨਾਲ ਜੁੜਿਆ ਹੁੰਦਾ, ਸਿਆਸਤ ਦੇ ਨਾਲ ਜੁੜਿਆ ਹੁੰਦਾ, ਉਸ ਕਰਕੇ ਉਸ ਨੂੰ ਉਹ ਚੀਜ਼ਾਂ
ਕਰਨੀਆਂ ਪੈਂਦੀਆਂ ਨੇ। ਜ਼ਾਹਿਰ ਹੈ। ਤੇ ਹੁਣ ਆਖਰੀ ਸਵਾਲ ਹੈ ਜਿਹੜਾ ਉਹ ਵੀ ਤੁਹਾਨੂੰ ਕਮਲ ਜੀ ਪੁੱਛ ਹੀ ਲੈਂਦੇ ਆ। ਹਾਸੋਹੀਣੀ ਗੱਲ ਹੈ ਇੱਕ ਬਹੁਤ ਹੀ ਵੱਡੀ, ਤੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਹੁਣ ਦੇਸ਼ ਦੇ ਵਿੱਚ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਨਾ, ਤੇ ਇੱਕ ਛਾਪ ਛੱਡਦੀਆਂ ਜਾ ਰਹੀਆਂ ਨੇ ਸਾਡੇ ਰਾਜਨੇਤਾ ਨੇ, ਜਿਹੜੇ ਸਾਡੇ ਸਿਆਸੀ ਲੀਡਰ ਨੇ, ਕੋਈ ਲੱਛਣ ਦਿਖਾਉਂਦੇ ਰਹਿੰਦੇ ਆ, ਸਰਕਾਰਾਂ ਨੇ ਜਿਹੜੇ ਕੋਈ ਨਾ ਕੋਈ ਇਹੋ ਜਿਹਾ ਲੱਛਣ ਦਿਖਾਈ ਦਿੰਦੇ ਆ ਜਿਹਦੇ ਕਰਕੇ ਲੋਕ ਮਤਲਬ ਸੋਚਦੇ ਆ ਕਿ ਅਸੀਂ ਇਹਨਾਂ ਨੂੰ ਚੁਣ ਕੇ ਮਤਲਬ ਸਰਕਾਰਾਂ ਬਣਾਤੀਆਂ, ਕਰਨਾ ਕੀ ਚਾਹੀਦਾ ਸੀ, ਕਰ ਕੀ ਰਹੇ ਹੈ। ਹੁਣ ਆਪਣੀ ਪਾਰਟੀ ਨੂੰ ਤੁਸੀਂ ਦੇਖੋ, ਆਪਣੀ ਪਾਰਟੀ ਨੂੰ ਸਮਰਥਨ ਦੇਣ ਦੇ ਲਈ ਤੇ ਹਾਈਲਾਈਟਸ ਕਰਨ ਦੇ ਲਈ ਉਹਨਾਂ ਨੇ ਡਰੈਗਨ ਫਰੂਟ ਦਾ ਨਾਮ ਆ ਜਿਹੜਾ ਪੂਰੇ 3 ਅੱਖਰਾਂ ਦੇ ਵਿੱਚ ਪਹਿਲਾਂ ਕਮਲ ਪੂਰਾ ਹੁੰਦਾ, ਫਿਰ ਮੰਮਾ ਜਿਹੜਾ ਪਿੱਛੇ ਵਾਲਾ ਉਹ ਪੂਰਾ ਹੁੰਦਾ ਹੈ। ਤੁਹਾਨੂੰ ਵੀ ਪਤਾ ਹੋਣਾ ਮੈਂ ਕਿਹੜੇ ਡਰੈਗਨ ਫਰੂਟ ਦੀ ਗੱਲ ਕਰ ਰਹੀ ਹਾਂ, ਨਾਮ ਬਦਲ ਕੇ ਉਹਨਾਂ ਨੇ ਰੱਖ ਦਿੱਤਾ ਜੀ। ਬਿਲਕੁਲ ਉਸ ਬਾਰੇ ਹੀ ਅਸੀਂ ਗੱਲ ਕਰਾਂਗੇ ਕਿ ਡਰੈਗਨ ਫਰੂਟ ਦੇ ਬਾਰੇ ਕੱਲ ਹੀ ਵਾਇਰਲ ਹੋਈ ਹੈ ਇਹ ਗੱਲ। ਗੁਜਰਾਤ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਨੇ ਇਹ ਗੱਲ ਕੀਤੀ ਹੈ ਕਿ ਹੁਣ ਡਰੈਗਨ ਫਰੂਟ ਦਾ ਜਿਹੜਾ ਨਾਂ ਆ, ਕਿਉਂਕਿ ਉਹਦੇ ਵਾਸਤੇ ਉਹਨਾਂ ਨੇ ਉਹ ਕੋਈ ਇੱਕ ਗੱਲ ਲਿਆਂਦੀ ਆ ਵੀ ਆਪਣੇ ਹੀ ਪਿੱਠ ਜਿਹੜੀ ਉਹ ਥਾਪੜਦੇ ਰਹਿੰਦੇ, ਜਿਵੇਂ ਸਿੰਮੀ ਹੁਣ ਨੇ ਕਿਹਾ ਹੈਗਾ ਕਿ ਉਹਦਾ ਨਾਂ ਜਿਹੜਾ ਹੁਣ ਡਰੈਗਨ ਫਰੂਟ ਦਾ, ਗਾਂ ਤੋਂ ਤੁਸੀਂ ਡਰੈਗਨ ਫਰੂਟ ਨਹੀਂ ਪੜੋਗੇ, ਉਹਦਾ ਨਾਂ ਕਮਲਮ ਰੱਖ ਦਿੱਤਾ ਹੈਗਾ। ਔਰ ਮੈਂ ਦੱਸ ਦਿਆਂ ਸਿੰਮੀ ਕਿ ਭਾਜਪਾ ਦਾ ਜਿਹੜਾ ਉੱਥੇ ਦਫ਼ਤਰ ਵੀ ਹੈ ਨਾ ਗੁਜਰਾਤ ਵਿੱਚ, ਉਹਦਾ ਨਾਂ ਵੀ ਕਮਲਮ ਹੀ ਹੈ। ਠੀਕ ਹੈ, ਯਾਨੀ ਕਿ ਕਮਲ ਤੋਂ ਕਮਲ ਵੈਸੇ ਲੱਗਦਾ ਵੀ ਹੁਣ ਤੁਸੀਂ ਸਾਰਿਆਂ ਨੇ ਡਰੈਗਨ ਫਰੂਟ ਦੇਖਿਆ ਹੋਇਆ, ਜੋ ਡਰੈਗਨ ਫਰੂਟ ਹੱਥ 'ਚ ਫੜਿਆ ਹੋਵੇ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਇਹ ਡਰੈਗਨ ਤਾਂ ਇਹ ਨਾਂ ਗਲਤ ਰੱਖਿਆ ਹੈਗਾ, ਇਹ ਕਮਲ ਦੇ ਫੁੱਲ ਵਾਂਗੂ ਹੀ ਹੈ ਜਿਹੜਾ ਉਹਦਾ ਬਣਿਆ ਹੁੰਦਾ ਨੇ ਕਿ ਜਦੋਂ ਡੋਡੀ ਜਿਹੜੀ ਉਹ ਖਿੜਦੀ ਹੈ ਤੇ ਉਹ ਹੁਣ ਜਿਹੜੀ ਉਸ ਤਰੀਕੇ ਦਾ ਜਿਹੜਾ ਉਹਦਾ ਅੰਦਾਜ਼ ਹੈ ਡਰੈਗਨ ਫਰੂਟ ਦਾ, ਉਹਨੂੰ ਬਦਲ ਕੇ ਹੁਣ ਇਹਨਾਂ ਨੇ ਕਮਲਮ ਰੱਖਤਾ। ਵੈਸੇ ਵੀ ਇੱਕ ਹਾਸੋਹੀਣੀ ਸਥਿਤੀ ਇਹ ਸੀ ਵੀ ਭਾਜਪਾ ਨੂੰ ਹਰੇਕ ਚੀਜ਼ ਦੇ ਵਿੱਚੋਂ ਕਮਲ ਫੁੱਲ ਜਿਹੜੀ ਆ ਪਾਲਣ ਦੀ ਆਦਤ ਪੈ ਚੁੱਕੀ ਆ, ਤੇ ਇਹ ਵੀ ਵਾਰ-ਵਾਰ ਹੋ ਰਿਹਾ ਕਿ ਜਿਵੇਂ ਉਹਨਾਂ ਨੇ ਸ਼ਹਿਰਾਂ ਨਾ ਜਦੋਂ ਦੀ ਇਹ ਸਰਕਾਰ ਆਈ ਹੈ 10ਵੇਂ ਵਰ੍ਹੇ ਵਿੱਚ ਹਨਾ, ਤੇ ਮੈਨੂੰ ਲੱਗਦਾ ਵੀ ਕਿਤੇ ਇਹ ਨਾ ਹੋਵੇ ਵੀ ਸਾਰੇ ਦੇਸ਼ ਦਾ ਹੀ ਕਿਤੇ ਨਾਮ ਕਮਲਮ ਦੇ ਨਾਂ ਦੇ ਉੱਤੇ ਕਮਲ ਹੀ ਹੋ ਜਾਵੇ, ਕਿਉਂਕਿ ਹਰੇਕ ਚੀਜ਼ ਕਮਲ ਨਾਲ ਜੋੜ ਕੇ ਦੇਖੀ ਜਾ ਰਹੀ ਹੈ। ਸੋ ਇਹ ਬੜੀ ਅਜੀਬ ਸਥਿਤੀ ਹੈਗੀ, ਔਰ ਪਤਾ ਇਹ ਵੀ ਲੱਗਿਆ ਹੈਗਾ ਕਿ ਇਹਦੇ ਤੇ ਪੈਟੈਂਟ ਜਿਹੜਾ ਹੈਗਾ ਉਹ ਨਾਮ ਦੇ ਉੱਤੇ ਕਰਵਾਇਆ ਜਾ ਰਿਹਾ ਹੈਗਾ। ਸੋ ਇਸ ਬਾਰੇ ਜਿਹੜੀ ਇਹ ਚਰਚਾ ਬਣੀ ਹੈ ਵੀ ਇੱਕ ਪਾਸੇ ਦੇਸ਼ 'ਚ ਕੀ ਹੋ ਰਿਹਾ, ਔਰ ਦੂਜੇ ਪਾਸੇ ਤੁਸੀਂ ਕਿਹੜੇ ਨੁਕਤਿਆਂ ਦੇ ਉੱਤੇ ਜਿਹੜੀਆਂ ਹੈ ਉਹ ਗੱਲਾਂ ਸਾਹਮਣੇ ਲਿਆ ਰਹੇ ਹੋ। ਸੋ ਮੇਰੇ ਖਿਆਲ ਸੀ ਵੀ ਹੁਣ ਟਾਈਮ ਵੰਨੀ ਵੀ ਆਪਾਂ ਥੋੜਾ ਝਾਤੀ ਮਾਰ ਲਈਏ। ਹਾਂਜੀ, ਟਾਈਮ ਹੋ ਚੁੱਕਿਆ ਆਪਣਾ, ਆਪਣੀਆਂ ਗੱਲਾਂ ਤੇ ਆਪਣੇ ਸਵਾਲ ਵੀ ਮੈਨੂੰ ਲੱਗਦਾ ਪੂਰੇ ਹੋ ਚੁੱਕੇ ਆ, ਪਰ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਚਰਚਾ ਕਰਨ ਨੂੰ ਦਿਲ ਕਰਦਾ, ਪਰ ਸਮਾਂ ਇਜਾਜ਼ਤ ਆ ਜਿਹੜਾ ਉਹ ਨਹੀਂ ਦਿੰਦਾ। ਤੇ ਸਮੇਂ ਨੂੰ ਬਿਲਕੁਲ ਕਹਿੰਦੇ ਕਿ ਸਮੇਂ ਦੀ ਕਦਰ ਅਸੀਂ ਕਰਾਂਗੇ ਤਾਂ ਹੀ ਸਮਾਂ ਸਾਡੀ ਕਦਰ ਕਰੇਗਾ। ਪਰ ਆਉਣ ਵਾਲੇ ਹੋਰ ਜਿਹੜੇ ਸ਼ੋਅ ਆ ਅਗਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਤੁਹਾਡੇ ਲਈ ਲੈ ਕੇ ਆਵਾਂਗੇ, ਉਮੀਦ ਕਰਾਂਗੇ ਤੁਸੀਂ ਵੀ ਆਪਣੇ ਵਿਚਾਰ ਦੱਸਿਆ ਕਰੋ ਕਿ ਕਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੀ ਗੱਲਾਂ ਬਾਤਾਂ ਹੋਣ ਸ਼ੋਅ ਦੇ ਵਿੱਚ, ਜਾਂ ਫਿਰ ਕਿਸ ਤਰ੍ਹਾਂ ਦਾ ਮੁੱਦਾ ਜਿਹੜਾ ਚੁੱਕਿਆ ਜਾਵੇ। ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਕਿਉਂ ਕਮਲ ਜੀ ਕਰ ਸਕਦੇ ਆ ਨਾ। ਬਿਲਕੁਲ ਜੀ, ਬਿਲਕੁਲ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਮੈਂ ਔਰ ਸਿੰਮੀ ਇੱਥੇ ਹੀ ਖਤਮ ਕਰਦੇ ਹਾਂ। ਕੱਲ ਨੂੰ ਫੇਰ ਅਸੀਂ ਹਾਜ਼ਰ ਹੋਵਾਂਗੇ ਇਸੇ ਵੇਲੇ ਮਾਰਨਿੰਗ ਸ਼ੋਅ ਦੇ ਵਿੱਚ। ਉਦੋਂ ਤੱਕ ਲਈ ਦਿਓ ਆਗਿਆ। ਸਤਿ ਸ਼੍ਰੀ ਅਕਾਲ।